ਵਾਹਿਗੁਰੂ 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 ਵਾਹਿਗੁਰੂ। ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ। ਹਉ ਤਿਸ ਦੇਵਾ ਮਨ ਆਪਣਾ, ਨਿਤ ਹਿਰਦੈ ਰਖਾਂ ਸੰਭਾਲ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਨੋ ਇਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ, ਜੀਅੜਾ ਬਲ ਬਲ ਕੀਨਾ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬਹਿਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬਹਿਠਿਆ ਸੋਹੀਐ, ਸਭਨਾ ਦਾ ਵਿਸਾਹੋ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ਵਰੈ। ਸੰਤ ਉਦਰਨ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ਵਰੈ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨ ਮਿਟਈ ਕਾਮ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਸੁਣ ਪਰਤਾਪ ਗੋਵਿੰਦ, ਨਿਰਭਉ ਭਏ ਮਨ। ਟੋਟ ਨ ਆਵੈ ਮੂਲ, ਸੰਚਿਆ ਨਾਮ ਧਨ। ਸੰਤ ਜਨਾ ਸਿਉ ਸੰਗ, ਪਾਈਐ ਵੱਡਾ ਪੁੰਨ।
ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ। ਸੰਤ ਜਨਾ ਸਿਉ ਸੰਗ, ਪਾਈਐ ਵੱਡੈ ਪੁੰਨ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ, ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ। ਚਵਰ ਸ਼ਵਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਸਰਬ ਕਲਾ ਭਰਪੂਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਦਿਆਲੂ ਕਿਰਪਾਲੂ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅਗੰਮੀ ਪਾਤਸ਼ਾਹੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪ ਸਭ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਜੁੜ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਅਗੰਮੀ ਪਾਤਸ਼ਾਹੀ ਦਰਬਾਰ ਦੀ ਜੋ ਰੋਜ਼ ਦੀ ਨੇਤਾ ਪ੍ਰਤ ਮਰਿਆਦਾ ਕਿ ਪਾਵਨ ਪਵਿੱਤਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਆਏ ਹੋਏ ਪਾਵਨ ਮੁਖਵਾਕ ਦੀ ਵਿਚਾਰ ਵਾਸਤੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਇਹ ਸੁਭਾਗੀਆਂ ਘੜੀਆਂ ਬਖਸ਼ਦੇ ਨੇ, ਆਓ ਇਨ੍ਹਾਂ ਘੜੀਆਂ ਨੂੰ ਸਫਲਾ ਬਣਾਈਏ ਔਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਤੋਂ ਸਿੱਖਿਆ ਲਈਏ ਕਿ ਇਸ ਸੰਸਾਰ ਰੂਪੀ ਭਵ ਸਾਗਰ ਤੋਂ ਸਾਡਾ ਪਾਰ ਉਤਾਰਾ ਕਿਵੇਂ ਹੋਵੇਗਾ। ਜੋ ਆਤਮਾ ਪਰਮ ਆਤਮਾ ਤੋਂ ਵਿਛੜ ਚੁੱਕੀ ਹੈ, ਉਹ ਪਰਮ ਆਤਮਾ ਤੱਕ ਕਿਵੇਂ ਪਹੁੰਚ ਸਕੇਗੀ। ਅੰਦਰ ਨਾਮ ਦੀ ਠੰਡ ਕਿਵੇਂ ਵਰਤੇਗੀ, ਘਰ ਦੇ ਵਿੱਚ ਸੁੱਖ ਕਿਵੇਂ ਵਰਤੇਗਾ। ਖਾਲਸਾ ਜੀ, ਜਿਸ ਤਰ੍ਹਾਂ ਮਾਤਾ ਪਿਤਾ ਰੋਜ਼ਾਨਾ ਆਪਣੇ ਬੱਚੇ ਨੂੰ ਉਪਦੇਸ਼ ਦਿੰਦੇ ਨੇ ਕਿ ਜੇ ਤੂੰ ਜੀਵਨ ਵਿੱਚ ਇਹ ਕਾਰਜ ਕਰੇਂਗਾ ਤੇਰਾ ਜੀਵਨ ਸੁਖੈਲਾ ਹੋ ਜਾਵੇਗਾ, ਸਤਿਗੁਰੂ ਵੀ ਮਾਤਾ ਪਿਤਾ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਨਿਤਾ ਪ੍ਰਤ ਰੋਜ਼ਾਨਾ ਉਪਦੇਸ਼ ਦਿੰਦੇ ਨੇ ਕਿ ਭਾਈ ਸਿੱਖੋ, ਜੇ ਗੁਰੂ ਕੀ ਬਾਣੀ ਨੂੰ ਗੁਰੂ ਕੇ ਸ਼ਬਦ ਨੂੰ ਕਮਾਓਗੇ ਤੇ ਸੱਚ ਹੈ ਜੀਵਨ ਦੇ ਵਿੱਚ ਆਨੰਦ ਵਰਤੇਗਾ, ਜੀਵਨ ਦੇ ਵਿੱਚ ਸੁੱਖ ਵਰਤੇਗਾ। ਸੋ ਆਓ ਬੜੇ ਹੀ ਭਾਵਨਾ ਸਹਿਤ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਮਨੇ ਬਿਰਤੀਆਂ ਇਕਾਗਰ ਕਰੀਏ ਔਰ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਆਰੰਭ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜੈਤ ਸਰੀ ਕੀ ਵਾਰ ਦੇ ਅੰਦਰ 17ਵੀਂ ਪੌੜੀ ਔਰ ਸ਼ਲੋਕਾਂ ਦੇ ਸਮੇਤ ਜੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਆਓ ਸਰਵਣ ਕਰੀਏ। ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸੰਸਾਰ ਦੇ ਤਖਤੇ ਦੇ ਉੱਪਰ ਜਿਸ ਵਕਤ ਜਨਮ ਹੁੰਦਾ ਹੈ ਤਾਂ ਸਾਰੇ ਇਹੀ ਕਹਿੰਦੇ ਆ ਕਿ ਇਹ ਇਨਸਾਨ ਦਾ ਜਨਮ ਹੋਇਆ, ਕਿਉਂਕਿ ਉਦੋਂ ਨਾ ਤਾਂ ਹਲੇ ਜਨਮ ਵੇਲੇ ਕਿਸੇ ਧਰਮ ਦਾ ਮਜ਼ਹਬ ਦਾ ਔਰ ਨਾ ਹੀ ਕਿਸੇ ਧੜੇ ਦਾ ਨਾਮ ਦਿੱਤਾ ਜਾਂਦਾ। ਕੇਵਲ ਇਹ ਕਹਿੰਦੇ ਆ ਕਿ ਨਵ ਬਾਲਕ ਨੇ, ਨਵੇਂ ਬੱਚੇ ਨੇ ਜਨਮ ਲਿਆ। ਉਸ ਤੋਂ ਬਾਅਦ ਜਿਵੇਂ ਜੀਵਨ ਬਤੀਤ ਹੁੰਦਾ ਹੈ, ਜੇ ਤੇ ਚੰਗੇ ਕੰਮ ਕਰੇ, ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਜੇ ਚੰਗੇ ਕੰਮ ਕਰੇ, ਰੱਬ ਦੀ ਬੰਦਗੀ ਕਰੇ, ਇਬਾਦਤ ਕਰੇ ਤੇ ਉਹਨੂੰ ਸੰਤ ਕਿਹਾ ਜਾਂਦਾ ਹੈ, ਕਿਉਂਕਿ ਕੇਵਲ ਸੰਤ ਹੈ ਜਿਹੜਾ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ।
ਪਰਮਾਤਮਾ ਦੇ ਚਰਨਾਂ ਦਾ ਆਸਰਾ ਤੱਕ ਕੇ। ਪਰ ਸੰਸਾਰ ਦੇ ਤਖਤੇ ਦੇ ਉੱਪਰ ਆਮ ਇਨਸਾਨ ਅਸੰਤ ਜਿਹੜੇ ਬੰਦਗੀ ਤੋਂ ਟੁੱਟ ਜਾਂਦੇ ਨੇ, ਪਰਮਾਤਮਾ ਦੇ ਨਾਮ ਤੋਂ ਟੁੱਟ ਜਾਂਦੇ ਨੇ, ਉਹ ਦੁਨੀਆ ਦੇ ਗੇੜ ਦੇ ਵਿੱਚ, ਮਾਇਆ ਦੇ ਵਿੱਚ ਉਲਝ ਜਾਂਦੇ ਨੇ, ਪਰਮਾਤਮਾ ਤੋਂ ਦੂਰ ਹੋ ਜਾਂਦੇ, ਮਿਲਾਪ ਨਹੀਂ ਹੁੰਦਾ। ਪਰ ਸੰਤ ਦਾ ਮਿਲਾਪ ਹੁੰਦਾ ਪਰਮਾਤਮਾ ਦੇ ਨਾਲ। ਸੰਤਾਂ ਦੀ ਵਡਿਆਈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੀ। ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਹਾਰ। ਕਹਿੰਦੇ ਸੰਤ ਦੇ ਵਿੱਚ ਇਹ ਤਾਕਤ ਹੈ, ਜੇ ਸੰਤ ਦੀ ਕੋਈ ਸੰਗਤ ਕਰ ਲਵੇ ਤੇ ਸੰਗਤ ਕਰਨ ਵਾਲੇ ਦਾ ਵੀ ਉਧਾਰ ਹੋ ਜਾਂਦਾ ਹੈ। ਪਰ ਸੰਤ ਕੇਵਲ ਲਿਬਾਸ ਨਹੀਂ, ਸੰਤ ਕੇਵਲ ਪਹਿਰਾਵਾ ਨਹੀਂ, ਸੰਤ ਉਹ ਹੈ ਜਿਹਦੇ ਹਿਰਦੇ ਦੇ ਵਿੱਚ ਨਾਮ ਵਸਿਆ ਹੋਵੇ। ਕਈ ਵਾਰ ਬਾਹਰੋਂ ਇੱਕ ਰੰਗ ਨੂੰ ਚੁਣ ਲੈਣਾ, ਇੱਕ ਲਿਬਾਸ ਨੂੰ ਚੁਣਨ ਦੇ ਨਾਲ ਸੰਤ ਨਹੀਂ ਬਣਦਾ। ਸਤਿਗੁਰੂ ਕਹਿੰਦੇ ਸੰਤ ਉਦੋਂ ਬਣਦਾ ਜਦੋਂ ਹਿਰਦੇ ਦੇ ਵਿੱਚ ਨਿਮਾਣਾਪਣ ਹੋਵੇ ਤੇ ਹਿਰਦੇ ਦੇ ਵਿੱਚ ਰੱਬ ਦੀ, ਪਰਮਾਤਮਾ ਦੀ, ਖੁਦਾ ਦੀ ਬੰਦਗੀ ਵਸੀ ਹੋਵੇ, ਪਰਮਾਤਮਾ ਦਾ ਨਾਮ ਵਸਿਆ ਹੋਵੇ। ਅੱਜ ਦੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਭਾਈ ਜਿਹੜੇ ਸੰਤ ਜਨਾਂ ਦਾ ਉਧਾਰ ਹੁੰਦਾ ਹੈ, ਜਿਹੜੇ ਸੰਤ ਜਨ ਸੰਸਾਰ ਰੂਪੀ ਭਵ ਸਾਗਰ ਨੂੰ ਪਾਰ ਕਰਦੇ ਨੇ, ਕਿਸ ਤਰ੍ਹਾਂ ਕਰਦੇ ਨੇ? ਸੰਤ ਉਦਰਣ ਦਿਆਲੰ, ਕਹਿੰਦੇ ਉਸ ਦਿਆਲੂ ਕਿਰਪਾਲੂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਦਾ ਸਦਕਾ ਸੰਤਾਂ ਦਾ ਭਵ ਸਾਗਰ ਤੋਂ ਪਾਰ ਉਤਾਰਾ ਹੁੰਦਾ ਹੈ। ਕਿਉਂ? ਆਸਰੰ ਗੋਪਾਲ ਕੀਰਤਨ ਹੈ, ਕਿਉਂਕਿ ਉਹਨਾਂ ਨੂੰ ਆਸਰਾ ਹੁੰਦਾ ਪਰਮਾਤਮਾ ਦੇ ਕੀਰਤਨ ਦਾ, ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦਾ, ਰੱਬ ਦੀ ਵਡਿਆਈ ਦਾ ਆਸਰਾ ਹੁੰਦਾ। ਮੈਂ ਬੇਨਤੀ ਕਰਾਂ, ਕੀਰਤਨ ਆਪਾਂ ਸਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਰਵਣ ਕਰਦੇ ਹਾਂ, ਜਾਂ ਜਿੱਥੇ ਵੀ ਗੁਰੂ ਕੇ ਸਿੱਖ ਵਸਦੇ ਨੇ, ਉਹ ਗੁਰੂ ਬਾਬੇ ਦੀ ਬਾਣੀ ਦੇ ਨਾਲ ਜਿਹੜੇ ਪ੍ਰੇਮ ਕਰਦੇ ਨੇ, ਗੁਰੂ ਕਾ ਕੀਰਤਨ ਜ਼ਰੂਰ ਸਰਵਣ ਕਰਦੇ ਨੇ। ਪਿਆਰ ਵਾਲਿਓ, ਪਰ ਕੀਰਤਨ ਕੇਵਲ ਇੱਕ ਬਾਹਰੀ ਸੰਗੀਤ ਨਹੀਂ, ਬਾਹਰੋਂ ਕੇਵਲ ਇੱਕ ਸਾਜ਼ ਦੇ ਉੱਤੇ ਬਣਾਈ ਹੋਈ ਤਰਜ ਨੂੰ ਕੀਰਤਨ ਨਹੀਂ ਕਿਹਾ ਜਾਂਦਾ, ਬਲਕਿ ਕੀਰਤਨ ਇੱਕ ਰੱਬ ਦੀ ਬਖਸ਼ੀ ਹੋਈ ਦਾਤ ਹੁੰਦੀ ਹੈ, ਅਨਮੋਲਕ ਦਾਤ ਹੈ। ਕੀਰਤਨ ਜੇ ਕਿਤੇ ਸੱਚਮੁੱਚ ਗੁਰੂ ਨਾਨਕ ਸਾਹਿਬ ਦੀ ਦੱਸੀ ਮਰਿਆਦਾ ਦੇ ਨਾਲ ਕੀਤਾ ਜਾਵੇ ਤੇ ਸਤਿਗੁਰੂ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਤੇ ਪਰਮਾਤਮਾ ਵੱਲੋਂ ਬਖਸ਼ੇ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਕਦੇ ਗਵਾਚਦਾ ਨਹੀਂ, ਜਿਹੜਾ ਕਦੇ ਘਟਦਾ ਨਹੀਂ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਰਾਗ ਰਤਨ ਪਰਿਆ ਪਰਵਾਰ ਤਿਸ ਵਿੱਚ ਵਰਤੈ ਅੰਮ੍ਰਿਤ ਸਾਰ, ਨਾਨਕ ਕਰਤੇ ਕਾ ਇਹੋ ਧਨ ਮਾਲ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਰਿਆਦਾ ਦੱਸੀ ਕੀਰਤਨ ਦੀ। ਕਹਿੰਦੇ ਕੀਰਤਨ ਹੋਵੇ, ਸਭ ਤੋਂ ਪਹਿਲਾਂ ਕੀਰਤਨ ਦੇ ਵਿੱਚ ਚਾਰ ਤਰ੍ਹਾਂ ਦੀ ਕਿਰਪਾ ਹੈ, 4 ਤਰ੍ਹਾਂ ਦੇ ਪੜਾਅ ਨੇ। ਕਹਿੰਦੇ ਕੀਰਤਨ ਵਿੱਚ ਸਭ ਤੋਂ ਪਹਿਲਾਂ ਰਾਗ ਜ਼ਰੂਰੀ ਹੈ, ਕਿਉਂਕਿ ਆਪਾਂ ਗੁਰੂ ਕੀ ਬਾਣੀ ਦੇ ਜਦੋਂ ਸਹਿਜ ਪਾਠ ਕਰਦੇ ਹਾਂ, ਵੇਖਦੇ ਹਾਂ ਸਤਿਗੁਰੂ ਨੇ ਰਾਗਾਂ ਦੀ ਵਰਤੋਂ ਕੀਤੀ, ਤੇ ਵੇਖੋ ਰਾਗਾਂ ਨੂੰ ਵੀ ਕੈਸਾ ਮਾਣ ਦਿੱਤਾ। ਰਾਮ ਕਲੀ ਮਹੱਲਾ ਪਹਿਲਾ, ਧਨਾਸਰੀ ਮਹੱਲਾ ਪਹਿਲਾ, ਆਸਾ ਮਹੱਲਾ ਚੌਥਾ। ਸਤਿਗੁਰੂ ਨੇ ਆਪਣੇ ਨਾਮ ਤੋਂ ਪਹਿਲਾਂ ਰਾਗ ਦਾ ਨਾਮ ਵਰਤਿਆ, ਕਿਉਂਕਿ ਵਿਦਵਾਨਾਂ ਦਾ ਮੰਨਣਾ ਹੈ ਕਿ ਜਿਹੜਾ ਰਾਗ ਹੈ, ਜਿਹੜਾ ਸੰਗੀਤ ਹੈ, ਇਹ ਜਾਨਵਰਾਂ ਨੂੰ, ਵਨਸਪਤੀ ਨੂੰ, ਪਸ਼ੂ ਪੰਛੀਆਂ ਨੂੰ, ਇਨਸਾਨ ਨੂੰ ਆਪਣੇ ਵੱਲ ਖਿੱਚਦਾ ਹੈ। ਪਰ ਜੇ ਕਿਤੇ ਰਾਗ ਦੇ ਉੱਤੇ ਪਰਮਾਤਮਾ ਦੀ ਸਿਫਤ ਦੇ ਸ਼ਬਦ ਟਿਕਾਏ ਜਾਣ ਤੇ ਕੀਰਤਨ ਸੁਣਨ ਵਾਲਿਆਂ ਦਾ ਪਾਰ ਉਤਾਰਾ ਵੀ ਹੋ ਜਾਂਦਾ। ਕਹਿੰਦੇ ਸਭ ਤੋਂ ਪਹਿਲਾਂ ਰਾਗ, ਤੇ ਕਹਿੰਦੇ ਰਾਗ ਦੇ ਨਾਲ ਜ਼ਰੂਰੀ ਹੈ ਰਤਨ। ਰਤਨ ਕਿਹੜਾ? ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਦਾ ਰਤਨ ਬਹੁਤ ਜ਼ਰੂਰੀ ਹੈ ਰਾਗ ਦੇ ਉੱਤੇ। ਕਹਿੰਦੇ ਜਦੋਂ ਰਾਗ ਹੋਵੇ, ਰਤਨ ਹੋਵੇ। ਤੀਸਰਾ ਪਰੀਆਂ, ਭਾਵ ਜਿਹੜੇ ਰਾਗੀ ਸਿੰਘ ਕੀਰਤਨ ਕਰਦੇ ਨੇ, ਕੀਰਤਨ ਵਿੱਚ ਅਲਾਪ ਲਾਉਂਦੇ ਨੇ। ਕਹਿੰਦੇ ਨੇ ਜਦੋਂ ਕੀਰਤਨ ਵਿੱਚ ਅਲਾਪ ਲੱਗ ਰਿਹਾ ਹੋਵੇ ਨਾ, ਉਦੋਂ ਨੇਤਰ ਬੰਦ ਕਰਕੇ ਗੁਰੂ ਕੇ ਚਰਨਾਂ ਦਾ ਧਿਆਨ ਟਿਕਾ ਕਰਕੇ ਆਪਣੀ ਰੂਹ ਨੂੰ ਇੱਕ ਅਗੰਮੀ ਉਡਾਰੀ ਜ਼ਰੂਰ ਲਵਾਉਣੀ ਚਾਹੀਦੀ ਹੈ ਅਲਾਪ ਦੇ ਨਾਲ। ਪਰ ਰਾਗੀ ਸਿੰਘਾਂ ਨੂੰ, ਅਲਾਪ ਲਾਉਣ ਵਾਲਿਆਂ ਨੂੰ ਪਤਾ ਹੋਵੇ ਕਿ ਕਿਹੜੇ ਘਰ ਤੋਂ ਅਲਾਪ ਸ਼ੁਰੂ ਕਰਨਾ ਹੈ ਤੇ ਕਿਹੜੇ ਘਰ ਤੱਕ ਮੈਂ ਅਲਾਪ ਨੂੰ ਲੈ ਕੇ ਜਾਣਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਘਰ ਵੀ ਲਿਖੇ ਹੁੰਦੇ ਨੇ ਅਲਾਪ ਲਾਉਣ ਵਾਸਤੇ। ਸੋ ਮੈਂ ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਪਹਿਲਾਂ ਰਾਗ ਜ਼ਰੂਰੀ ਹੈ,
ਦੂਸਰਾ ਸ਼ਬਦ ਦਾ ਰਤਨ ਜ਼ਰੂਰੀ ਹੈ, ਤੀਸਰਾ ਅਲਾਪ ਇਸ ਰੂਹ ਦੀ ਅਗੰਮੀ ਉਡਾਰੀ ਵਾਸਤੇ ਜ਼ਰੂਰੀ ਹੈ। ਕਹਿੰਦੇ ਜਦੋਂ ਇਸ ਤਰ੍ਹਾਂ ਭਿੱਜ ਕੇ ਜੁੜ ਕੇ ਨੇਤਰ ਬੰਦ ਕਰਕੇ ਕੋਈ ਕੀਰਤਨ ਕਰੇ ਜਾਂ ਕੀਰਤਨ ਸੁਣੇ ਤਾਂ ਕਹਿੰਦੇ ਤਿਸ ਵਿੱਚ ਉਪਜੈ ਅੰਮ੍ਰਿਤਸਾਰ। ਉਦੋਂ ਅੰਮ੍ਰਿਤ ਦੇ ਚਰਨਾਟੇ ਛਿੜਦੇ ਨੇ, ਉਦੋਂ ਜਾ ਕੇ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਪ੍ਰਗਟ ਹੁੰਦਾ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਅੰਦਰ ਜਿਹੜਾ ਅੰਮ੍ਰਿਤ ਦਾ ਖੂਹ ਹੈ ਪ੍ਰਗਟ ਹੋ ਜਾਂਦਾ ਹੈ। ਆਪਾਂ ਵੇਖਦੇ ਜਿਹੜੇ ਗੁਰੂ ਕੇ ਸਿੰਘ ਰੋਜ਼ਾਨਾ ਮਰਿਆਦਾ ਦੇ ਨਾਲ ਖਾਲਸਾ ਜੀ ਕੀਰਤਨ ਸਰਵਣ ਕਰਦੇ ਨੇ ਦਰਬਾਰ ਸਾਹਿਬ ਤੋਂ, ਗੁਰੂ ਘਰ ਤੋਂ, ਵੇਖਿਓ ਕਦੇ ਉਹਨਾਂ ਦੇ ਚਿਹਰੇ ਖਿੜੇ ਹੋਣਗੇ, ਨੇਤਰਾਂ ਦੇ ਵਿੱਚ ਵੈਰਾਗ ਹੋਵੇਗਾ। ਕਿਉਂਕਿ ਗੁਰੂ ਸ਼ਬਦ ਜਦੋਂ ਰਾਗ ਦੇ ਨਾਲ ਸੁਣਿਆ ਜਾਂਦਾ ਇਹ ਮਨ ਦੇ ਉੱਪਰ ਚੋਟ ਲਾਉਂਦਾ ਹੈ। ਤੇ ਮੈਂ ਬੇਨਤੀ ਕਰਾਂ ਕਿ ਜੇ ਕੋਈ ਚਾਹੁੰਦਾ ਹੋਵੇ ਮੇਰੇ ਮਨ ਵਿੱਚ ਪਰਮਾਤਮਾ ਪ੍ਰਤੀ ਪਿਆਰ ਆਵੇ, ਮੇਰੇ ਮਨ ਦੇ ਵਿੱਚ ਵੈਰਾਗ ਉਪਜੇ, ਮੈਂ ਬੰਦਗੀ ਕਰ ਸਕਾਂ, ਬੰਦਗੀ ਦਾ ਚਾਅ ਪੈਦਾ ਹੋਵੇ, ਕੁਝ ਨਾ ਕਰੇ, ਉਹ ਸਾਰਾ ਦਿਨ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਕੀਰਤਨ ਦਾ ਚੱਲਦਾ ਹੈ, ਟਕਾ ਦੇ ਨਾਲ ਨੇਤਰ ਬੰਦ ਕਰਕੇ ਕੀਰਤਨ ਸਰਵਣ ਕਰੇ ਮਰਿਆਦਾ ਦੇ ਨਾਲ। ਸੱਚ ਹੈ ਦਰਬਾਰ ਸਾਹਿਬ ਐਸੀ ਬਖਸ਼ਿਸ਼ਾਂ ਦਾ ਘਰ ਹੈ, ਜਿਹੜਾ ਦਰਬਾਰ ਸਾਹਿਬ ਦਾ ਕੀਰਤਨ ਕੇਵਲ ਸੁਣ ਹੀ ਲਵੇ ਮਹਾਰਾਜ ਉਹਨੂੰ ਵੀ ਦੇਵਤਾ ਬਣਾ ਦਿੰਦੇ ਨੇ। ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਹਰਿਮੰਦਰ ਸਾਹਿਬ ਦੇ ਕੀਰਤਨ ਵਿੱਚ ਵੀ ਤਾਕਤ ਹੈ, ਕੀਰਤਨ ਦੇ ਵਿੱਚ ਵੀ ਬਖਸ਼ਿਸ਼ਾਂ ਦਾ ਖਜ਼ਾਨਾ ਹੈ। ਕਿਉਂਕਿ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਜਿਸ ਵਕਤ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ 6ਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਸਨ, ਤਾਂ ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨਾਂ ਦੀ ਤਾਂਘ ਹੋਵੇ ਨਾ, ਤਾਂ ਖਾਲਸਾ ਜੀ ਉਹਨਾਂ ਨੂੰ ਵਿਛੋੜਾ ਮਹਿਸੂਸ ਜ਼ਰੂਰ ਹੁੰਦਾ ਹੈ। ਜਿਹੜੇ ਰੋਜ਼ਾਨਾ ਮਰਿਆਦਾ ਦੇ ਨਾਲ ਸਹਿਜ ਪਾਠ ਕਰਨਗੇ, ਨਿਤਨੇਮ ਕਰਨਗੇ, ਜੇ ਕਿਤੇ ਇੱਕ ਦਿਨ ਨਾਗਾ ਪੈ ਜਾਵੇ ਤੇ ਅੰਦਰ ਦਾ ਹਾਲ ਹੋ ਜਾਂਦਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ। ਪਰ ਆਪਣੇ ਆਪ ਤੇ ਤਰਸ ਕਰੀਏ ਕਿ ਕਿਤਨੇ ਸਾਲ ਹੋ ਜਾਂਦੇ ਨੇ ਜਪਜੀ ਸਾਹਿਬ ਕੀਤਿਆਂ ਨੂੰ, ਕਦੇ ਵਿਛੋੜੇ ਦਾ ਅਹਿਸਾਸ ਹੀ ਨਹੀਂ ਹੁੰਦਾ। ਕਿਤਨੇ ਸਾਲ ਹੋ ਜਾਂਦੇ ਨਿਤਨੇਮ ਕੀਤਿਆਂ, ਸਹਿਜ ਪਾਠ ਕੀਤਿਆਂ, ਪਰ ਗੁਰੂ ਅੱਗੇ ਅਰਦਾਸ ਕਰੀਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਸਨ ਤਾਂ ਪਿੱਛੋਂ ਸੰਗਤਾਂ ਦੇ ਹਿਰਦੇ ਵਿੱਚ ਵੈਰਾਗ ਉਪਜਿਆ। ਅੰਮ੍ਰਿਤਸਰ ਦੀ ਧਰਤੀ ਦੀ ਸੰਗਤਾਂ ਨੇ, ਮਾਤਾਵਾਂ, ਭੈਣਾਂ, ਬੀਬੀਆਂ ਬਾਬਾ ਬੁੱਢਾ ਜੀ ਨੂੰ ਨਾਲ ਲੈ ਕਰਕੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਨਾਲ ਲੈ ਕਰਕੇ ਮਾਤਾ ਗੰਗਾ ਜੀ ਦੇ ਪਾਸ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਦੇ ਦੀਦ ਨਹੀਂ ਹੋ ਰਹੇ, ਦੀਦ ਤੋਂ ਭਾਵ ਦਰਸ਼ਨ ਨਹੀਂ ਹੋ ਰਹੇ, ਇਹ ਮਨ ਬੇਚੈਨ ਹੈ। ਉਦੋਂ ਤੱਕ ਮਨ ਨੂੰ ਟਿਕਾ ਨਹੀਂ ਮਿਲੇਗਾ ਜਦੋਂ ਤੱਕ ਗੁਰੂ ਦੇ ਦੀਦਾਰੇ ਨਾ ਹੋਣਗੇ। ਤੇ ਮਾਤਾ ਜੀ ਨੇ ਅੱਗੋਂ ਬੜਾ ਬਾ ਕਮਾਲ ਉੱਤਰ ਦਿੱਤਾ। ਮਾਤਾ ਗੰਗਾ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮਹਿਲ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਮਾਤਾ ਗੰਗਾ ਜੀ ਕਹਿਣ ਲੱਗੇ, ਭਾਈ ਸਿੱਖੋ ਆਰਾਧਨ ਕਰੋ ਸ੍ਰੀ ਹਰਿਮੰਦਰ, ਜਾਗਤ ਜੋਤ ਗੁਰੂ ਕੀ ਅੰਦਰ। ਭਾਈ ਸਿੱਖੋ ਹਰਿਮੰਦਰ ਸਾਹਿਬ ਜਾਓ, ਚੌਂਕੜਾ ਲਾ ਕਰਕੇ ਟਕਾ ਦੇ ਨਾਲ ਨੇਤਰ ਬੰਦ ਕਰਕੇ ਆਰਾਧਨ ਕਰੋ ਪਰਮਾਤਮਾ ਦਾ, ਗੁਰੂ ਦਾ। ਤੁਹਾਨੂੰ ਅੱਜ ਵੀ ਗੁਰੂ ਦੇ ਅੰਦਰ ਦੀਦਾਰੇ ਹੋਣਗੇ, ਕਿਉਂਕਿ ਅੱਜ ਵੀ ਗੁਰੂ ਦੀ ਜਾਗਦੀ ਜੋਤ ਅੰਦਰ ਪ੍ਰਕਾਸ਼ਮਾਨ ਹੁੰਦੀ ਹੈ। ਭਾਵ ਗੁਰੂ ਸ਼ਬਦ ਦਾ ਧਿਆਨ ਟਿਕਾਓ, ਗੁਰੂ ਕੇ ਕੀਰਤਨ ਦੇ ਵਿੱਚ ਸੁਰਤ ਜੋੜੋ। ਖਾਲਸਾ ਜੀ ਇੱਕ ਰੰਗਲੇ ਸੱਜਣ ਦੇ ਬੋਲ ਸਨ ਕਿ ਜਦੋਂ ਮੈਂ ਹਰਿਮੰਦਰ ਸਾਹਿਬ ਜਾਂਦਾ ਮੇਰੀ ਅਰਦਾਸ ਹੁੰਦੀ ਹੈ ਕਿ ਜਦ ਮੈਂ ਇਸ ਹਰਿਮੰਦਰ ਦੇ ਅੰਦਰ ਹੋਵਾਂ, ਇਹ ਹਰਿਮੰਦਰ ਮੇਰੇ ਅੰਦਰ ਹੋਵੇ। ਕਿ ਜਦੋਂ ਮੈਂ ਦਰਸ਼ਨੀ ਡਿਉੜੀ ਤੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਦਹਲੀਜ਼ ਤੇ ਮਸਤਕ ਟਿਕਾ ਕੇ ਅੰਦਰ ਜਾਵਾਂ, ਤੇ ਜਿਸ ਤਰ੍ਹਾਂ ਦਰਸ਼ਨੀ ਡਿਉੜੀ ਤੋਂ ਅੰਦਰ ਜਾ ਕਰਕੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਵਿੱਚੋਂ ਦਰਸ਼ਨ ਬਖਸ਼ਦੇ ਨੇ। ਬਸ ਜਦੋਂ ਅੰਦਰ ਜਾਈਏ ਨੇਤਰ ਬੰਦ ਕਰਕੇ ਇਸ ਸੁਰਤੀ ਦੀ, ਇਸ ਦਸਮ ਦਵਾਰ ਦੀ, ਕਪਾਟ ਦੀ ਡਿਉੜੀ ਤੋਂ ਅੰਦਰ ਲੰਘ ਕੇ ਜਦੋਂ ਹਿਰਦੇ ਤੱਕ ਪਹੁੰਚੀਏ ਤੇ ਸਾਨੂੰ ਇਸ ਹਿਰਦੇ ਦੇ ਵਿੱਚ ਵੀ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ।
ਸੱਚ ਹੈ ਜਿਹੜੇ ਬਾਹਰਲੇ ਨੇਤਰਾਂ ਦੇ ਨਾਲ ਬਾਹਰ ਹਰਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਨੇ, ਜੇ ਕਿਤੇ ਗੁਰੂ ਨਾਨਕ ਸਾਹਿਬ ਦੇ ਘਰੋਂ ਅੰਦਰਲੇ ਨੇਤਰ ਵੀ ਮਿਲ ਜਾਣ ਤੇ ਅੰਦਰ ਵੀ ਹਰਮੰਦਰ ਦੇ ਦਰਸ਼ਨ ਹੋ ਸਕਦੇ ਨੇ ਤੇ ਅੰਦਰ ਵੀ ਗੁਰੂ ਦੀ ਜੋਤ ਦੇ ਦਰਸ਼ਨ ਹੋ ਸਕਦੇ ਨੇ। ਹਰਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ ਅੰਦਰ ਜਾਵੇ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ। ਜਿਹੜਾ ਭਾਵਨਾ ਦੇ ਨਾਲ ਹਰਮੰਦਰ ਸਾਹਿਬ ਨਮਸਕਾਰ ਕਰ ਲਵੇ ਉਹਨੂੰ ਅੰਦਰ ਗੁਰੂ ਦੇ ਦੀਦਾਰੇ ਜ਼ਰੂਰ ਹੁੰਦੇ ਨੇ। ਮੈਨੂੰ ਇੱਕ ਮਹਾਪੁਰਸ਼ਾਂ ਨੇ ਬਚਨ ਸੁਣਾਇਆ ਕਿ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਓ ਨਾ, ਇਹ ਨਾ ਸਮਝੋ ਇੱਥੇ ਵੱਖ-ਵੱਖ ਸਰੀਰ ਚੱਲ ਰਹੇ ਨੇ, ਵੱਖ-ਵੱਖ ਲਿਬਾਸ ਪਹਿਨਣ ਵਾਲੇ ਸਰੀਰ ਵਿਚਰ ਰਹੇ ਨੇ ਪਰਿਕਰਮਾ 'ਚ, ਕਹਿੰਦੇ ਨਹੀਂ, ਬਲਕਿ ਇਹ ਭਾਵਨਾ ਨਾਲ ਤੱਕਿਓ ਕਿ ਪਰਿਕਰਮਾ ਦੇ ਵਿੱਚ ਧੰਨ ਗੁਰੂ ਰਾਮਦਾਸ ਦੀ ਗੋਦ ਦੇ ਅੰਦਰ ਜਿਤਨੇ ਵੀ ਸਰੀਰ ਨੇ, ਸਰੀਰਾਂ ਦੇ ਰੰਗ ਵੱਖਰੇ ਹੋ ਸਕਦੇ ਨੇ, ਸਰੀਰਾਂ ਦੇ ਲਿਬਾਸ ਵੱਖਰੇ ਹੋ ਸਕਦੇ ਨੇ, ਪਰ ਸੱਚ ਹੈ ਗੁਰੂ ਰਾਮਦਾਸ ਦੀ ਪਰਿਕਰਮਾ ਦੇ ਅੰਦਰ ਵਿਚਰ ਰਹੇ ਹਰ ਇੱਕ ਸਰੀਰ ਦੇ ਅੰਦਰ ਗੁਰੂ ਰਾਮਦਾਸ ਜੀ ਆਪ ਹੀ ਵਰਤਦੇ ਨੇ। ਹਰਮੰਦਰ ਸਾਹਿਬ ਉਹੀ ਆ ਸਕਦਾ ਜਿਹਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਖੁਦ ਕਿਰਪਾ ਕਰਕੇ ਲੈ ਆਉਣ, ਕਿਉਂਕਿ ਹਰਮੰਦਰ ਸਾਹਿਬ ਕੇਵਲ ਇੱਕ ਆਮ ਇਮਾਰਤ ਨਹੀਂ, ਹਰਮੰਦਰ ਸਾਹਿਬ ਕੇਵਲ ਇੱਕ ਆਮ ਅਜਾਇਬ ਘਰ ਨਹੀਂ, ਹਰਮੰਦਰ ਸਾਹਿਬ ਦੇ ਵਿੱਚੋਂ ਰੂਹਾਨੀਅਤ ਦਾ ਖਜ਼ਾਨਾ ਮਿਲਦਾ ਹੈ। ਇੱਕ ਅੰਗਰੇਜ਼ੀ ਵਿਦਵਾਨ ਹੋਇਆ, ਇੰਗਲਿਸ਼ ਦਾ ਰਾਈਟਰ ਹੋਇਆ, ਉਹ ਕਹਿੰਦਾ ਹਰਮੰਦਰ ਸਾਹਿਬ ਨੂੰ ਮਿਊਜ਼ੀਅਮ ਨਾ ਸਮਝੋ, ਦਰਬਾਰ ਸਾਹਿਬ ਨੂੰ ਮਿਊਜ਼ੀਅਮ ਨਾ ਸਮਝੋ। ਦੀ ਦਰਬਾਰ ਸਾਹਿਬ ਇਜ਼ ਨੋਟ ਅ ਮਿਊਜ਼ੀਅਮ, ਇਟ ਇਜ਼ ਅ essential ਪਾਰਟ ਆਫ ਲਿਵਿੰਗ ਫੇਥ। ਕਹਿੰਦਾ ਸੰਸਾਰ ਦੇ ਤਖਤੇ ਦੇ ਉੱਤੇ ਜਿਨ੍ਹਾਂ ਨੂੰ ਕੋਈ ਆਸਰਾ ਨਾ ਮਿਲੇ, ਕੋਈ ਤਨ ਦਾ ਰੋਗੀ ਹੋਵੇ, ਕੋਈ ਮਨ ਦਾ ਰੋਗੀ ਹੋਵੇ, ਉਹ ਦਰਬਾਰ ਸਾਹਿਬ ਆ ਕੇ ਨਮਸਕਾਰ ਕਰ ਲਵੇ, ਉਹਦੀ ਹਰ ਇੱਕ ਆਸ ਗੁਰੂ ਰਾਮਦਾਸ ਪੂਰੀ ਕਰ ਦਿੰਦੇ। ਅੰਗਰੇਜ਼ੀ ਲੇਖਕ ਦੇ ਬੋਲ ਨੇ। ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਮੈਂ ਬੇਨਤੀ ਕਰ ਰਿਹਾ ਕੀਰਤਨ ਦਾ ਆਸਰਾ ਹੋਵੇ। ਜਦੋਂ ਹਰਮੰਦਰ ਸਾਹਿਬ ਜਾਵਾਂਗੇ 4 ਤਰ੍ਹਾਂ ਦਾ ਪ੍ਰਸ਼ਾਦ ਸਾਡੀ ਝੋਲੀ ਵਿੱਚ ਪਵੇਗਾ। ਹਰਮੰਦਰ ਸਾਹਿਬ ਦੇ ਵਿੱਚ 4 ਤਰ੍ਹਾਂ ਦਾ ਪ੍ਰਸ਼ਾਦ ਮਿਲਦਾ। ਇੱਕ ਹੈ ਕੜਾਹ ਪ੍ਰਸ਼ਾਦ, ਜਿਸ ਤੋਂ ਆਪਾਂ ਸਾਰੇ ਵਾਕਿਫ ਹਾਂ। ਕੜਾਹ ਪ੍ਰਸ਼ਾਦ ਤੱਕ ਹਰ ਕੋਈ ਪਹੁੰਚ ਸਕਦਾ ਹੈ। ਕੜਾਹ ਪ੍ਰਸ਼ਾਦ ਵੀ ਬੜੀ ਵੱਡੀ ਬਖਸ਼ਿਸ਼ ਦੀ ਮਾਲਕ ਹੈ, ਬੜੀ ਵੱਡੀ ਸਿੱਖਿਆ ਮਿਲਦੀ ਹੈ ਕੜਾਹ ਪ੍ਰਸ਼ਾਦ ਚੋਂ। ਜਿਸ ਤਰ੍ਹਾਂ ਕੜਾਹ ਪ੍ਰਸ਼ਾਦ ਛਕਦੇ ਆ, ਕੜਾਹ ਪ੍ਰਸ਼ਾਦ ਵਿੱਚ ਛੱਡਣ ਵਾਲਾ ਕੁਝ ਵੀ ਨਹੀਂ ਹੁੰਦਾ। ਬਸ ਇਸੇ ਤਰ੍ਹਾਂ ਜਦੋਂ ਗੁਰੂ ਕਾ ਸਿੱਖ ਗੁਰੂ ਕੀ ਬਾਣੀ ਸੁਣੇ, ਗੁਰੂ ਕਾ ਕੀਰਤਨ ਸੁਣੇ, ਗੁਰੂ ਕੇ ਆਏ ਮੁਖਵਾਕ ਨੂੰ ਸੁਣੇ, ਮਹਾਰਾਜ ਕਹਿੰਦੇ ਗੁਰੂ ਘਰ ਦੇ ਵਿੱਚ ਚੱਲ ਰਹੇ ਬਾਣੀ ਦੇ ਪ੍ਰਵਾਹ ਵਿੱਚ ਵੀ ਛੱਡਣ ਵਾਲਾ ਕੁਝ ਨਹੀਂ, ਤੂੰ ਬਸ ਆਪਣੇ ਹਿਰਦੇ ਵਿੱਚ ਗੁਰੂ ਸ਼ਬਦ ਨੂੰ ਟਿਕਾ ਲੈ। ਸਭ ਤੋਂ ਪਹਿਲਾ ਪ੍ਰਸ਼ਾਦ ਹੈ ਕੜਾਹ ਪ੍ਰਸ਼ਾਦ ਤੇ ਦੂਸਰਾ ਹੈ ਗੁਰ ਪ੍ਰਸ਼ਾਦ। ਜਿਸ ਪ੍ਰਸ਼ਾਦ ਗੁਰ ਪ੍ਰਸ਼ਾਦ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ, ਜਿਸ ਕਾਰਨ ਵਾਸਤੇ ਆਪਾਂ ਰੋਜ਼ਾਨਾ ਗੁਰੂ ਕੇ ਚਰਨਾਂ ਵਿੱਚ ਆ ਕੇ ਅਰਦਾਸ ਕਰਦੇ ਹਾਂ। ਤੇ ਪਿਆਰ ਵਾਲਿਓ, ਗੁਰ ਪ੍ਰਸਾਦ ਜੋ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਗੁਰ ਪ੍ਰਸਾਦ ਦੇ ਵੀ ਬੜੇ ਭੇਤ ਨੇ। ਜਿੱਥੇ ਗੁਰ ਪ੍ਰਸਾਦ ਸ਼ਬਦ ਮੂਲ ਮੰਤਰ ਵਿੱਚ ਆਉਂਦਾ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਭ ਤੋਂ ਪਹਿਲਾਂ ਗੁਰ ਪ੍ਰਸਾਦ ਮੂਲ ਮੰਤਰ ਵਿੱਚ 33 ਵਾਰ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ। ਉਸ ਤੋਂ ਬਾਅਦ ਦੂਸਰਾ ਰੂਪ ਹੈ ਗੁਰ ਪ੍ਰਸਾਦ ਦਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇਹ ਰੂਪ ਲਿਖਿਆ ਆਵੇਗਾ 8 ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕਿ ਤੈਨੂੰ ਕਰਤਾ ਪੁਰਖ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰੂ ਰਾਮਦਾਸ ਦੇ ਦਰਬਾਰ 'ਚ ਗੁਰੂ ਰਾਮਦਾਸ ਦੀ ਪ੍ਰਾਪਤੀ ਹੋ ਸਕਦੀ ਹੈ, ਪਰ ਤੈਨੂੰ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਨਾ ਪਵੇਗਾ। ਉਸ ਤੋਂ ਬਾਅਦ ਰੂਪ ਆਉਂਦਾ ਹੈ ਗੁਰ ਪ੍ਰਸਾਦ ਦਾ, ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ। ਇਸ ਤਰ੍ਹਾਂ 6 ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਲਿਖਿਆ। ਔਰ ਚੌਥਾ ਆਉਂਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ। 533 ਵਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਸਾਹਿਬ ਦੀ ਬਾਣੀ ਦੇ ਅੰਦਰ ਦਰਜ ਹੈ। ਭਾਵ ਗੁਰ ਪ੍ਰਸਾਦ ਦੇ ਵੀ 4 ਰੂਪ ਨੇ। ਦੂਸਰਾ ਪ੍ਰਸ਼ਾਦ ਗੁਰੂ ਘਰ ਚੋਂ ਮਿਲਦਾ ਹੈ ਗੁਰ ਪ੍ਰਸਾਦ ਦਾ।
ਕਹਿੰਦੇ ਜਦੋਂ ਗੁਰੂ ਕਾ ਸਿੱਖ ਗੁਰ ਪ੍ਰਸਾਦ ਦਾ ਪਾਤਰ ਬਣ ਜਾਂਦਾ ਹੈ, ਫਿਰ ਤੀਸਰਾ ਪ੍ਰਸਾਦ ਮਿਲਦਾ ਹੈ ਤਵ ਪ੍ਰਸਾਦ ਦਾ, ਜਿਹੜਾ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਬਾਣੀ ਵਿੱਚ ਵਰਤਦੇ ਨੇ, ਤਵ ਪ੍ਰਸਾਦ। ਤਵ ਪ੍ਰਸਾਦ ਤੋਂ ਭਾਵ ਕਿ ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਕਿ ਸੰਸਾਰ ਦੇ ਤਖਤੇ ਤੇ ਮੇਰਾ ਕੁਝ ਵੀ ਨਹੀਂ, ਇਹ ਸਰੀਰ ਮੇਰਾ ਨਹੀਂ, ਇਹ ਤਨ ਮੇਰਾ ਨਹੀਂ, ਇਹ ਸੰਸਾਰ ਦੇ ਪਦਾਰਥ ਮੇਰੇ ਨਹੀਂ ਸਤਿਗੁਰੂ, ਇਹ ਸਾਰੀਆਂ ਤੇਰੀਆਂ ਦਿੱਤੀਆਂ ਦਾਤਾਂ। ਕਹਿੰਦੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨ ਦੀ ਨਿਸ਼ਾਨੀ ਇਹ ਹੈ ਕਿ ਬੰਦਾ ਸਾਰਾ ਕੁਝ ਰੱਬ ਦਾ ਜਾਣਦਾ ਹੈ, ਸਾਰਾ ਕੁਝ ਗੁਰੂ ਦਾ ਜਾਣਦਾ ਹੈ। ਤੇ ਚੌਥਾ ਪਿਆਰ ਵਾਲਿਓ ਪ੍ਰਸਾਦ ਹੈ ਇਨਹੀ ਕੇ ਪ੍ਰਸਾਦ। ਇਨਹੀ ਕੇ ਪ੍ਰਸਾਦ ਤੋਂ ਭਾਵ ਆਪਣਾ ਆਪ ਸਮਰਪਿਤ ਕਰ ਦੇਣਾ, ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰ ਲੈਣਾ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਅੰਦਰ ਵਰਤਿਆ, ਜੁਧ ਜਿਤੇ ਇਨਹੀ ਕੇ ਪ੍ਰਸਾਦ, इन्हीं के प्रसाद सो दान करे, इन्हीं की कृपा के सजे हम हैं, नहीं मोह सो गरीब करोड़ परे। कहते ये चौथी बख्शिश है गुरु घर चों। चार तरह का प्रसाद है, कड़ा प्रसाद, गुर प्रसाद, तव प्रसाद, ते चौथा है इन्हीं के प्रसाद। बेनती करा अरदास करिए धन गुरु रामदास सच्चे पातशाह, किरपा करो चारे प्रसाद साडी झोली विच पा दिओ। चारे प्रसाद झोली विच पैणगे तां गुरु के सिख होवांगे। सतगुरु कहंदे जिन्हां दी झोली विच चार तरह दा प्रसाद पैंदा है, ਉਹ ਤਾਂ ਪੈਂਦਾ ਕਿਉਂਕਿ ਉਹਨਾਂ ਨੂੰ ਕੀਰਤਨ ਦਾ ਆਸਰਾ ਹੈ। ਉਹ ਹਰੀ ਦੀ ਸਿਫਤ ਕਰਦੇ ਨੇ। ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਕਹਿੰਦੇ ਸੰਤਾਂ ਨੂੰ ਆਸਰਾ ਹੈ ਹਰੀ ਦੇ ਕੀਰਤਨ ਦਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਦਾ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ। ਔਰ ਜੋ ਸੰਤ ਹਰੀ ਦੇ ਕੀਰਤਨ ਦਾ ਆਸਰਾ ਤੱਕਦੇ ਨੇ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਰੱਬੀ ਗੀਤਾਂ ਦਾ ਆਸਰਾ ਤੱਕਦੇ ਨੇ, ਖਾਲਸਾ ਜੀ ਕਹਿੰਦੇ ਕੀਰਤਨ ਦੀ ਬਖਸ਼ਿਸ਼ ਦੇ ਨਾਲ, ਬਾਣੀ ਦੀ ਤਾਕਤ ਦੇ ਨਾਲ, ਕੀਰਤਨ ਦੀ ਰਹਿਮਤ ਦੇ ਨਾਲ ਉਹਨਾਂ ਸੰਤਾਂ ਦੀ ਸੰਗਤ ਦੇ ਵਿੱਚ ਰੂਹਾਨੀ ਤਾਕਤਾਂ ਵਰਤਦੀਆਂ। ਜਿਹੜਾ ਵੀ ਉਹਨਾਂ ਦੀ ਸੰਗਤ ਵਿੱਚ ਜਾਂਦਾ ਹੈ ਉਹ ਨਿਰਮਲ ਹੋ ਜਾਂਦਾ ਹੈ। ਭਾਵ ਸੰਸਾਰ ਦੇ ਤਖਤੇ ਤੇ ਹਰ ਇੱਕ ਨੂੰ ਮੈਲ ਲੱਗੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹੋ। ਹਰ ਇੱਕ ਨੂੰ ਮੈਲ ਲੱਗੀ ਹੈ, ਈਰਖਾ ਦੀ, ਦੁਐਸ਼ ਦੀ, ਕਾਮ ਦੀ, ਕ੍ਰੋਧ ਦੀ। ਪਰ ਮਹਾਰਾਜ ਕਹਿੰਦੇ ਜਦੋਂ ਸੰਤਾਂ ਦੀ ਸੰਗਤ ਵਿੱਚ ਜਾਂਦਾ ਨਿਰਮਲ ਹੋ ਜਾਂਦਾ ਇਹ ਮਨ। ਭਰੀਏ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਕਿਉਂ? ਕਿਉਂਕਿ ਰੱਬ ਦੇ ਪਿਆਰਿਆਂ ਨੂੰ, ਪਰਮਾਤਮਾ ਦੇ ਸੰਤਾਂ ਨੂੰ ਆਸਰਾ ਹੁੰਦਾ ਹੈ, ਓਟ ਹੁੰਦੀ ਹੈ ਪਰਮਾਤਮਾ ਦੀ। ਤੇ ਪਰਮਾਤਮਾ ਦੀ ਓਟ ਦੇ ਨਾਲ, ਪਰਮਾਤਮਾ ਦੇ ਆਸਰੇ ਦੇ ਨਾਲ ਸਾਡਾ ਇਹ ਮੈਲਾ ਮਨ ਵੀ ਨਿਰਮਲ ਹੋ ਜਾਂਦਾ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਕਿਉਂਕਿ ਮੈਲ ਬੜੇ ਪ੍ਰਕਾਰ ਦੀ ਹੈ। ਕਿਸੇ ਨੂੰ ਕ੍ਰੋਧ ਦੀ ਮੈਲ ਹੈ, ਕਿਸੇ ਨੂੰ ਈਰਖਾ ਦੀ ਮੈਲ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਵੀ ਹੈ, ਕਾਇਆ ਆਰਣ ਮਨ ਵਿੱਚ ਲੋਹਾ, ਪੰਜ ਅਗਣ ਤਿਤ ਲਾਗ ਰਹੀ। ਕਹਿੰਦੇ ਨੇ ਜਿਹੜਾ ਸਾਡਾ ਸਰੀਰ ਹੈ ਨਾ, ਇਹ ਇੱਕ ਭੱਠੀ ਦੀ ਤਰ੍ਹਾਂ ਹੀ ਹੈ। ਕਹਿੰਦੇ ਬਾਹਰ ਤੇ ਲੋਹਾਰ ਦੀ ਭੱਠੀ ਨੂੰ ਇੱਕ ਤਰ੍ਹਾਂ ਦੀ ਅਗਨੀ ਲੱਗਦੀ ਹੈ, ਇੱਕ ਹੀ ਅੱਗ ਲੱਗਦੀ ਹੈ। ਪਰ ਸਾਡੇ ਇਸ ਮਨ ਨੂੰ, ਸਾਡੀ ਅੰਤਰ ਆਤਮਾ ਨੂੰ ਕਹਿੰਦੇ ਪੰਜ ਅਗਣ ਤਿਤ ਲਾਗ ਰਹੀ, ਪੰਜ ਤਰ੍ਹਾਂ ਦੀ ਅੱਗ ਲੱਗ ਰਹੀ ਹੈ, ਪੰਜ ਤਰ੍ਹਾਂ ਦਾ ਸੇਕ ਪਹੁੰਚ ਰਿਹਾ। ਤੇ ਕਹਿੰਦੇ ਜੇ ਇਸ ਪੰਜ ਤਰ੍ਹਾਂ ਦੀ ਅਗਨੀ ਤੋਂ ਮਨ ਕਿਤੇ ਬਚ ਵੀ ਜਾਵੇ, ਤੇ ਕਹਿੰਦੇ ਨੇ ਫਿਰ ਜਿਹੜੀ ਈਰਖਾ ਹੈ, ਇਹ ਕਹਿੰਦੇ ਨੇ ਸਾਡੇ ਮਨ ਨੂੰ ਲੋਹਾਰ ਜਿਸ ਤਰ੍ਹਾਂ ਲੋਹੇ ਨੂੰ ਸੰਦ ਦੇ ਨਾਲ ਘੁਮਾ ਕੇ ਦੁਬਾਰਾ ਫਿਰ ਸੇਕ ਪਹੁੰਚਾਉਂਦਾ ਹੈ, ਕਹਿੰਦੇ ਈਰਖਾ ਸਾਡੇ ਮਨ ਨੂੰ ਘੁਮਾ ਕੇ ਫਿਰ ਸੇਕ ਦਿੰਦੀ ਹੈ। ਭਾਵ ਜਿੰਨਾ ਅੰਦਰ ਈਰਖਾ ਹੋਵੇ, ਜਿੰਨਾ ਅੰਦਰ ਵਕਾਰ ਹੋਣ, ਖਾਲਸਾ ਜੀ ਹਮੇਸ਼ਾ ਚਿਹਰੇ ਦੇ ਉੱਤੇ ਤਿਉੜੀ ਰਹਿੰਦੀ ਹੈ, ਚਿਹਰੇ ਖਿੜੇ ਨਹੀਂ ਰਹਿੰਦੇ। ਪਰ ਜਿਨ੍ਹਾਂ ਦੇ ਅੰਦਰ ਨਾਮ ਵਰਤਦਾ, ਸਤਿਗੁਰੂ ਕਹਿੰਦੇ ਸੁਣਿਆ ਦੁਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ। ਉਹ ਭਗਤ ਜਨ ਸਦਾ ਖੇੜੇ ਵਿੱਚ ਰਹਿੰਦੇ। ਸਤਿਗੁਰੂ ਕਹਿੰਦੇ ਜਿਹੜੀ ਪੰਜ ਤਰ੍ਹਾਂ ਦੀ ਅੱਗ ਇਸ ਮਨ ਨੂੰ ਲੱਗ ਰਹੀ ਹੈ ਨਾ, ਜਿਹੜੀ ਤਪਸ਼ ਇਸ ਅੰਤਰ ਆਤਮਾ ਨੂੰ ਪਹੁੰਚ ਰਹੀ ਹੈ, ਇਹ ਨਾ ਤਾਂ ਚੰਦਨ ਦੇ ਲੇਪ ਕਿਤਿਆਂ ਦੂਰ ਹੋਣੀ ਹੈ,
ਇਹ ਮਨ ਦੀ ਤਪਸ਼ ਚੰਦਨ ਦੇ ਲੇਪ ਕਿਤਿਆਂ ਦੂਰ ਨਹੀਂ ਹੋ ਸਕਦੀ। ਮਨ ਦੀ ਤਪਸ਼ ਚਾਂਦਣੀ ਰਾਤ ਦੇ ਵਿੱਚ ਦੂਰ ਨਹੀਂ ਹੋ ਸਕਦੀ। ਮਨ ਦੀ ਤਪਸ਼, ਮਨ ਨੂੰ ਜਿਹੜੀ ਅੱਗ ਸੇਕ ਪਹੁੰਚਾ ਰਹੀ ਹੈ, ਪੰਜੇ ਵਿਕਾਰਾਂ ਦੀ ਅਗਨੀ, ਕਹਿੰਦੇ ਇਹ ਸਰਦ ਰੁੱਤ ਦੇ ਵਿੱਚ ਜਾ ਕੇ ਵੀ ਦੂਰ ਨਹੀਂ ਹੋ ਸਕਦੀ। ਭਾਵੇਂ ਕੋਈ ਪਰਬਤਾਂ ਵਿੱਚ ਚਲਿਆ ਜਾਵੇ, ਬਰਫ਼ ਦੇ ਵਿੱਚ ਚਲਿਆ ਜਾਵੇ ਤੇ ਕਵੇ ਮੈਂ ਆਪਣੇ ਮਨ ਨੂੰ ਸ਼ਾਂਤ ਕਰ ਲਵਾਂਗਾ, ਆਪਣੇ ਮਨ ਨੂੰ ਠੰਡਾ ਕਰ ਲਵਾਂਗਾ, ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ ਜਦੋਂ ਤੱਕ ਅੰਦਰ ਪਰਮਾਤਮਾ ਦਾ ਨਾਮ ਨਾ ਹੋਵੇ। ਕਿਉਂਕਿ ਇੱਕ ਸਾਖੀ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ, ਕਹਿੰਦੇ ਇੱਕ ਦਿਨ ਇੱਕ ਸਾਧੂ ਆਇਆ, ਸਰੀਰ ਦੇ ਉੱਤੇ ਉਸਨੇ ਰਾਖ ਆਪਣੇ ਮਲੀ ਹੋਈ ਸੀ ਔਰ ਉਹਦਾ ਨਾਮ ਸੀ ਸ਼ਾਂਤੀ ਦਾਸ। ਕਹਿੰਦੇ ਪੁਰਾਣੇ ਸੱਜਣ ਇਸ ਕਰਕੇ ਰਾਖ ਮਲ ਲੈਂਦੇ ਸਨ ਕਿ ਉਹ ਚੇਤੇ ਰੱਖਣਾ ਚਾਹੁੰਦੇ ਸਨ ਸਰੀਰ ਨੇ ਅੰਤ ਨੂੰ ਸੜ ਕੇ ਰਾਖ ਬਣ ਜਾਣਾ, ਇਸ ਕਰਕੇ ਹੰਕਾਰ ਨਾ ਕਰ। ਪਰ ਕਈਆਂ ਨੂੰ ਸਰੀਰ ਤੇ ਰਾਖ ਲਾਉਣ ਦਾ ਹੀ ਹੰਕਾਰ ਹੋ ਗਿਆ। ਕਹਿੰਦੇ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਦੇ ਦਰਬਾਰ ਦੇ ਵਿੱਚ ਉਹ ਸਾਧੂ ਆਇਆ, ਨਾਮ ਸ਼ਾਂਤੀ ਦਾਸ, ਤੇ ਅੱਗੋਂ ਭਾਈ ਸੁਥਰਾ ਜੀ ਦੇ ਨਾਲ ਮੁਲਾਕਾਤ ਹੋ ਗਈ। ਹੁਣ ਗੁਰੂ ਕੇ ਦਰਬਾਰ ਦੇ ਵਿੱਚ ਨੇਤਰ ਬੰਦ ਕਰਕੇ ਬੈਠਿਆ ਤੇ ਧਿਆਨ ਉਹਦਾ ਇਹ ਸੀ ਕਿ ਮੈਂ ਗੁਰੂ ਕੇ ਦਰਬਾਰ ਵਿੱਚ ਆਇਆ, ਮੈਂ ਇੰਨਾ ਜਪ ਤਪ ਕਰ ਰਿਹਾ, ਇੰਨੀ ਮੇਰੀ ਭਗਤੀ ਹੈ, ਕੋਈ ਮੇਰੇ ਵੱਲ ਵੇਖ ਕੇ ਝੁਕ ਵੀ ਰਿਹਾ, ਮੈਨੂੰ ਕੋਈ ਨਮਸਕਾਰ ਕਰਦਾ ਵੀ ਹੈ ਕਿ ਨਹੀਂ। ਕਹਿੰਦੇ ਪਹਿਲਾਂ ਅੱਖਾਂ ਬੰਦ ਕਰੇ, ਥੋੜੀ ਦੇਰ ਬਾਅਦ ਅੱਖ ਖੋਲ ਕੇ ਵੇਖੇ ਕਿ ਕੋਈ ਮੇਰੇ ਵੱਲ ਵੇਖ ਕੇ ਮੈਨੂੰ ਨਮਸਕਾਰ ਕਰਦਾ। ਤੇ ਜਦੋਂ ਅੱਖ ਖੋਲੇ, ਭਾਈ ਸੁਥਰਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਚੌਰ ਸਾਹਿਬ ਕਰਦੇ ਸਨ। ਭਾਈ ਸੁਥਰਾ ਜੀ ਇਸ਼ਾਰਾ ਕਰ ਦਿਆ ਕਰਨ, ਭਾਈ ਸੁਥਰਾ ਜੀ ਛੇੜ ਦਿਆ ਕਰਨ। ਸਾਧੂ ਨੇ ਦੁਬਾਰਾ ਅੱਖ ਬੰਦ ਕੀਤੀ, ਥੋੜੀ ਦੇਰ ਬਾਅਦ ਅੱਖ ਫਿਰ ਖੋਲੀ, ਭਾਈ ਸੁਥਰਾ ਜੀ ਨੇ ਫਿਰ ਇਸ਼ਾਰਾ ਕੀਤਾ। ਤੀਸਰੀ ਵਾਰ ਇਸ ਤਰ੍ਹਾਂ ਹੋਇਆ, ਭਾਈ ਸੁਥਰਾ ਜੀ ਨੇ ਇਸ਼ਾਰਾ ਕੀਤਾ, ਸਾਧੂ ਨੇ ਆਪਣੀ ਮਾਲਾ ਪਰਾਂ ਰੱਖ ਕੇ ਗੁਰੂ ਸਾਹਿਬ ਨੂੰ ਕਹਿੰਦਾ ਤੁਹਾਡੇ ਸਿੱਖਾਂ ਨੂੰ ਤੇ ਅਕਲ ਨਹੀਂ। ਸਤਿਗੁਰੂ ਕਹਿੰਦੇ ਹੋਇਆ ਕੀ? ਕਹਿਣ ਲੱਗਾ ਜੀ ਮੈਂ ਬੈਠਾ, ਇਹ ਮੇਰੇ ਵੱਲ ਇਸ਼ਾਰੇ ਕਰਦਾ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਸੁਥਰਾ ਜੀ ਕੀ ਗੱਲ ਹੋ ਗਈ? ਭਾਈ ਸੁਥਰਾ ਜੀ ਕਹਿਣ ਲੱਗੇ ਮਹਾਰਾਜ ਮੈਂ ਤੇ ਵੇਖਦਾ ਹੀ ਸਾਂ ਕਿ ਰਾਖ ਉੱਤੋਂ ਹੀ ਠੰਡੀ ਹੈ ਕਿ ਅੰਦਰੋਂ ਵੀ ਅਜੇ ਭਾਂਬੜ ਮੱਚਦੇ ਨੇ। ਮਹਾਰਾਜ ਜੀ ਦਾ ਨਾਮ ਹੀ ਸ਼ਾਂਤੀ ਦਾਸ ਹੈ, ਅੰਦਰ ਤੇ ਅੱਗ ਦੇ ਭਾਂਬੜ ਪਏ ਮੱਚਦੇ ਨੇ। ਕਈ ਵਾਰ ਅਸੀਂ ਬਾਹਰੋਂ ਨੀਵੇਂ ਹੋਣ ਦਾ, ਨਿਮਾਣੇ ਹੋਣ ਦਾ ਵਿਖਾਵਾ ਕਰ ਲੈਂਦੇ ਹਾਂ, ਪਰ ਸੱਚ ਹੈ ਖਾਲਸਾ ਜੀ, ਜੇ ਕਿਤੇ ਕੋਈ ਤੂੰ ਕਰਕੇ ਵੀ ਬੋਲ ਦਵੇ ਨਾ ਤੇ ਮਨ ਦੇ ਵਿੱਚ ਬੜਾ ਹੁੰਦਾ ਹੈ ਕਿ ਇਹਨੇ ਮੈਨੂੰ ਤੂੰ ਕਰਕੇ ਬੋਲਿਆ। ਸਤਿਗੁਰੂ ਕਹਿੰਦੇ ਬਸ ਇਹ ਅਗਨੀ ਬੁਝਾਉਣੀ ਹੈ ਹੰਕਾਰ ਦੀ, ਹਉਮੈ ਦੀ, ਈਰਖਾ ਦੀ। ਇਹ ਅੱਗ ਤਾਂ ਬੁਝੇਗੀ ਜੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਹੋਵੇਗਾ। ਇਹ ਚੰਦਨ ਦੇ ਲੇਪ ਲਾਇਆ, ਚਾਂਦਨੀ ਰੁੱਤ ਦੇ ਵਿੱਚ ਜਾਇਆ ਜਾਂ ਸਰਦ ਰੁੱਤ ਦੇ ਵਿੱਚ ਜਾਇਆ, ਇਹ ਅਗਨੀ ਹੰਕਾਰ ਦੀ ਮਿਟ ਨਹੀਂ ਸਕਦੀ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਸਤਿਗੁਰੂ ਕਹਿੰਦੇ ਸੱਚਮੁੱਚ ਸੀਤਲ ਹੋ ਜਾਂਦਾ ਹੈ ਉਦੋਂ, ਨਾਮ ਅੰਦਰ ਠੰਡ ਵਰਤਾ ਦਿੰਦਾ। ਕਦੋਂ? ਜਦੋਂ ਜਪੰਦੜੋ ਹਰ ਨਾਮ, ਜਦੋਂ ਕਿਤੇ ਇਹ ਰਸਨਾ, ਇਹ ਜ਼ਬਾਨ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਿਮਰਨ ਵਿੱਚ ਜੁੜਦੀ ਹੈ, ਸਤਨਾਮ ਵਾਹਿਗੁਰੂ ਦਾ ਅਭਿਆਸ ਕਰਦੀ ਹੈ, ਮੂਲ ਮੰਤਰ ਕਰਦੀ ਹੈ, ਗੁਰੂ ਕੀ ਬਾਣੀ ਦਾ ਜਾਪ ਕਰਦੀ ਹੈ। ਕਿਉਂਕਿ ਗੁਰੂ ਸ਼ਬਦ ਦੇ ਨਾਲ ਜੇ ਸੇਵਾ ਹੋਵੇ, ਸਿਮਰਨ ਦੇ ਨਾਲ ਜੇ ਸੇਵਾ ਹੋਵੇ, ਖਾਲਸਾ ਜੀ ਤਾਂ ਨਿਮਾਣਾਪਨ ਆਉਂਦਾ। ਸੱਚ ਹੈ ਜਿਨ੍ਹਾਂ ਨੇ ਸੇਵਾ ਕੀਤੀ, ਸਿਮਰਨ ਕੀਤਾ, ਉਹਨਾਂ ਦਾ ਅੰਦਰ ਠੰਡਾ ਠਾਰ ਹੋ ਗਿਆ ਭਾਈ ਮੰਝ ਜੀ ਦਾ, ਉਹਨਾਂ ਦਾ ਅੰਦਰ ਠੰਡਾ ਠਾਰ ਹੋ ਗਿਆ ਭਾਈ ਸੋਮਾ ਸ਼ਾਹ ਜੀ ਦਾ, ਜਿਨ੍ਹਾਂ ਨੇ ਸੇਵਾ ਕੀਤੀ, ਜਿਨ੍ਹਾਂ ਨੇ ਸਿਮਰਨ ਕੀਤਾ। ਤੇ ਸੱਚ ਹੈ ਜਿਹੜੇ ਸਿਮਰਨ ਕਰਦੇ ਨੇ, ਸੇਵਾ ਕਰਦੇ, ਜਿਨ੍ਹਾਂ ਦਾ ਅੰਦਰ ਠੰਡਾ ਹੋਵੇ ਨਾ, ਇਹ ਆਪ ਸਾਰੇ ਆਪਣੇ ਜੀਵਨ ਵਿੱਚ ਅਨੁਭਵ ਕਰ ਸਕਦੇ ਹੋ। ਜਿਹਦੇ ਅੰਦਰ ਨਾਮ ਦੀ ਠੰਡ ਵਰਤਰੀ ਹੋਵੇ, ਭਾਵੇਂ ਉਹਦੇ ਕੋਲ ਕੋਈ ਜਿਤਨਾ ਮਰਜ਼ੀ ਗਲਤ ਫੁਰਨਾ ਲੈ ਕੇ ਜਾਵੇ, ਇੱਕ ਨਾਮ ਜਪਣ ਵਾਲੇ ਦਾ ਔਰਾ, ਨਾਮ ਜਪਣ ਵਾਲੇ ਦੀ ਵਾਈਬ੍ਰੇਸ਼ਨ ਦੂਸਰੇ ਦੇ ਮਨ ਨੂੰ ਵੀ ਬਦਲ ਕੇ ਰੱਖ ਦਿੰਦੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਵਾਈਬ੍ਰੇਸ਼ਨ ਸਨ। ਪ੍ਰਤਾਪੀ ਚਿਹਰਾ ਸੀ ਕਿ ਮਹਾਰਾਜ ਕੋਲ ਭੂਮੀਆਂ ਚੋਰ ਆਇਆ, ਉਹ ਬਦਲ ਗਿਆ, ਕੋਡਾ ਰਾਖਸ਼ ਆਇਆ, ਬਦਲ ਗਿਆ। ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਜਿਸਨੇ ਵੀ ਕੀਤੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦੀਦਾਰੇ ਜਿੰਨੇ ਵੀ ਕੀਤੇ, ਖਾਲਸਾ ਜੀ ਉਹ ਬਦਲ ਗਿਆ, ਉਹਦੇ ਅੰਦਰ ਠੰਡ ਵਰਤ ਗਈ। ਤੇ ਮੈਂ ਬੇਨਤੀ ਕਰਾਂ, ਠੰਡ ਅੱਜ ਵੀ ਵਰਤਦੀ ਹੈ, ਅੱਜ ਵੀ ਜੀਵਨ ਬਦਲਿਆ ਜਾਂਦਾ ਹੈ, ਅੱਜ ਵੀ ਗੁਰੂ ਰਾਮਦਾਸ ਦੇ ਦੀਦਾਰੇ ਹੁੰਦੇ ਨੇ। ਪਰ ਕਿਤੇ ਸਾਨੂੰ ਦੀਦਾਰੇ ਕਰਨ ਦੀ ਜਾਚ ਆ ਜਾਵੇ,
ਜਦੋਂ ਗੁਰੂ ਘਰ ਆਉਂਦੇ ਆ ਫਿਰ ਆਲਾ ਦੁਆਲਾ ਨਾ ਤੱਕੀਏ। ਇੱਕ ਵਿਦਵਾਨ ਕਹਿੰਦਾ, ਹੋ ਦੀਦ ਕਾ ਜੋ ਸ਼ੌਂਕ ਤੋਂ ਆਂਖੋਂ ਕੋ ਬੰਦ ਕਰ, ਹੈ ਦੇਖਣਾ ਯਹੀ ਨਾ ਦੇਖਾ ਕਰੇ ਕੋਈ। ਜੇ ਤੂੰ ਰੱਬ ਦੇ ਦੀਦਾਰੇ ਕਰਨੇ ਚਾਹੁੰਦਾ ਫਿਰ ਬਾਹਰਲੀਆਂ ਅੱਖਾਂ ਬੰਦ ਕਰਕੇ ਅੰਦਰ ਵਾਲੀਆਂ ਅੱਖਾਂ ਨੂੰ ਖੋਲ। ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਦਿਵ ਦ੍ਰਿਸ਼ਟੀ ਮਿਲਦੀ ਹੈ, ਨਾਮ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨਾਮ ਦੀ ਪ੍ਰਾਪਤੀ ਦੇ ਨਾਲ ਅੰਦਰ ਸੱਚਮੁੱਚ ਠੰਡ ਵਰਤ ਜਾਂਦੀ ਹੈ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ, ਭਾਈ ਸਿੱਖੋ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੀ ਓਟ ਤੱਕੀ ਹੈ, ਉਹ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਹੁੰਦੇ ਨੇ। ਕਿਉਂਕਿ ਪਰਮਾਤਮਾ ਦੇ ਚਰਨਾਂ ਦੇ ਵਿੱਚ ਇੱਕ ਕਲਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਇਹ ਤਾਕਤ ਹੈ ਕਿ ਜੇ ਕੋਈ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਸਰਾ ਤੱਕੇ, ਓਟ ਆਸਰਾ ਤੱਕੇ, ਅਰਦਾਸ ਕਰੇ, ਤੇ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਜਾਂ ਦੋ ਨਹੀਂ ਬਲਕਿ ਕੁੱਲ ਕਾਇਨਾਤ ਨੂੰ ਹੀ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਕਰਾ ਸਕਦੇ ਨੇ। ਪਰ ਪਰਮਾਤਮਾ ਦੇ ਚਰਨ ਕੀ ਨੇ? ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ। ਜੇ ਚਰਨਾਂ ਨੂੰ ਨਮਸਕਾਰ ਕਰਨੀ ਚਾਹੁੰਦੇ ਆ, ਸਵੇਰੇ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਪੜ੍ਹੀਏ, ਜਾਪ ਸਾਹਿਬ ਪੜ੍ਹੀਏ, ਤਉ ਪ੍ਰਸਾਦ ਸਵਈਏ, ਕਬਿਓ ਬਾਚ ਬੇਨਤੀ, ਚੌਪਈ ਸਾਹਿਬ, ਆਨੰਦ ਸਾਹਿਬ ਪੜ੍ਹੀਏ, ਸੁਖਮਨੀ ਸਾਹਿਬ ਦਾ ਪਾਠ ਕਰੀਏ। ਇਹ ਗੁਰੂ ਕੇ ਚਰਨ ਨੇ। ਤੇ ਜਦੋਂ ਇਹਨਾਂ ਦਾ ਆਸਰਾ ਤੱਕਦੇ ਆ, ਸਤਿਗੁਰੂ ਕਹਿੰਦੇ ਇਹ ਕੇਵਲ ਇੱਕ ਨਹੀਂ। ਮੈਂ ਬੇਨਤੀ ਕਰਾਂ, ਜਿਸ ਇਲਾਕੇ ਦੇ ਵਿੱਚ ਬੈਠ ਕੇ ਸਿੱਖ ਗੁਰੂ ਕੀ ਬਾਣੀ ਦਾ ਜਾਪ ਕਰੇਗਾ ਨਾ, ਭਾਵੇਂ ਉਸ ਇਲਾਕੇ ਦੇ ਵਿੱਚ ਕੱਲਾ ਸਿੱਖ ਬਾਣੀ ਪੜ੍ਹ ਰਿਹਾ ਹੋਵੇ, ਪਰ ਉਸ ਸਿੱਖ ਦੀ ਬਾਣੀ ਦੇ ਵਿੱਚ ਚਾਹਤ ਹੋਵੇ ਗੁਰੂ ਰਾਮਦਾਸ ਨੂੰ ਪਾਉਣ ਦੀ, ਸੱਚ ਹੈ ਉਹ ਸਾਰਾ ਇਲਾਕਾ ਤਾਰ ਸਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਕਿ ਗੁਰੂ ਕੀ ਬਾਣੀ ਨੂੰ ਆਮ ਮਤ ਸਮਝੋ, ਅਰਜਨ ਸ਼ਬਦ ਜਹਾਜ਼ ਗੁਰੂ ਪਦ ਪੰਕਜ ਸਭ ਸ੍ਰਿਸ਼ਟ ਉਧਾਰੇ। ਜਿਹੜਾ ਗੁਰੂ ਕੀ ਬਾਣੀ ਦਾ ਸਹਿਜ ਪਾਠ ਕਰਦਾ ਹੈ, ਇਹ ਐਸਾ ਸ਼ਬਦ ਦਾ ਜਹਾਜ਼ ਹੈ। ਕਹਿੰਦੇ ਸੰਸਾਰ ਦੇ ਜਹਾਜ਼ ਹੁੰਦੇ ਨੇ, ਪਾਣੀ ਦੇ ਜਹਾਜ਼ ਹੁੰਦੇ ਨੇ, ਹਵਾਈ ਜਹਾਜ਼ ਹੁੰਦੇ ਨੇ। ਹਰ ਇੱਕ ਜਹਾਜ਼ ਦੀ ਇੱਕ ਲਿਮਟ ਹੁੰਦੀ ਹੈ ਕਿ ਮੈਂ ਇੱਕ ਸਮੇਂ ਵਿੱਚ ਇਤਨੇ ਹੀ ਬੰਦਿਆਂ ਨੂੰ ਪਾਰ ਕਰਾ ਸਕਦਾ। ਪਰ ਕਹਿੰਦੇ ਜਿਹੜੇ ਸ਼ਬਦ ਦੇ ਜਹਾਜ਼ ਦੇ ਲੜ ਧੰਨ ਗੁਰੂ ਅਰਜਨ ਦੇਵ ਜੀ ਨੇ ਲਾਇਆ, ਇਹ ਅਨਲਿਮਿਟਿਡ ਹੈ। ਭਾਵੇਂ ਕੁੱਲ ਕਾਇਨਾਤ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦਾ ਆਸਰਾ ਤੱਕੇ, ਇਹ ਕੁੱਲ ਕਾਇਨਾਤ ਨੂੰ ਹੀ ਭਵਸਾਗਰ ਤੋਂ ਪਾਰ ਕਰਾ ਸਕਦੇ ਨੇ। ਸਤਿਗੁਰੂ ਕਹਿੰਦੇ ਚਰਨ ਕਮਲ ਕੀ ਓਟ, ਉਧਰੇ ਸਗਲ ਜਨ। ਚਰਨ ਕਮਲ ਦੀ ਓਟ ਤੱਕਿਆਂ ਹੀ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਹੁੰਦਾ, ਬੰਦੇ ਦਾ ਉਧਾਰ ਹੁੰਦਾ। ਇਸ ਕਰਕੇ ਗੁਰੂ ਕੀ ਬਾਣੀ ਦੇ ਮੁਖਵਾਕ ਨੇ, ਧਰ ਜੀਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਸੁਣ ਪ੍ਰਤਾਪ ਗੋਵਿੰਦ, ਨਿਰਭਉ ਭਏ ਮਨ। ਕਿਉਂਕਿ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ, ਮੇਰੇ ਗੋਬਿੰਦ ਦਾ ਇਹ ਪ੍ਰਤਾਪ ਹੈ, ਇਹ ਅਲਾਹੀ ਪ੍ਰਤਾਪ ਹੈ ਕਿ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸ਼ਰਨੀ ਚਲਿਆ ਜਾਂਦਾ ਹੈ ਖਾਲਸਾ ਜੀ, ਉਹਦਾ ਮਨ ਨਿਰਭਉ ਹੋ ਜਾਂਦਾ ਹੈ। ਜਿਹੜਾ ਨਿਰਭਉ ਨੂੰ ਧਿਆਉਂਦਾ, ਨਿਰਭਉ ਨੂੰ ਚੇਤੇ ਕਰਦਾ, ਜਿਹੜਾ ਰੋਜ਼ਾਨਾ ਮੂਲ ਮੰਤਰ ਦੇ ਵਿੱਚ ਬਾਰ-ਬਾਰ ਨਿਰਭਉ ਨਿਰਵੈਰ ਸਤਿਗੁਰੂ ਨੂੰ ਆਵਾਜ਼ਾਂ ਮਾਰਦਾ, ਕਹਿੰਦੇ ਉਹਦਾ ਮਨ ਨਿਰਭਉ ਹੋ ਜਾਂਦਾ, ਨਿਰਵੈਰ ਵੀ ਹੋ ਜਾਂਦਾ। ਨਾ ਤੇ ਉਹਨੂੰ ਸੰਸਾਰ ਦੇ ਮੌਤ ਦਾ ਔਰ ਨਾ ਹੀ ਉਸ ਨੂੰ ਸੰਸਾਰ ਦੇ ਡਰਾਵਿਆਂ ਦਾ ਕੋਈ ਭੈ ਰਹਿੰਦਾ, ਸੰਸਾਰ ਦੇ ਤਸ਼ੱਦਦਾਂ ਦਾ ਕੋਈ ਭੈ ਰਹਿੰਦਾ, ਸੰਸਾਰ ਦੀ ਬਿਮਾਰੀਆਂ ਦਾ ਕੋਈ ਭੈ ਨਹੀਂ ਰਹਿੰਦਾ। ਔਰ ਜਿਹੜਾ ਗੁਰੂ ਕੇ ਚਰਨਾਂ ਦਾ ਧਿਆਨ ਧਰ ਲਵੇ, ਕਹਿੰਦੇ ਨਾ ਹੀ ਉਹਦੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਵੈਰ ਰਹਿੰਦਾ। ਮੈਂ ਬੇਨਤੀ ਕਰਾਂ, ਜੇ ਬਾਣੀ ਪੜ੍ਹਦੇ ਹੋਏ, ਗੁਰੂ ਕੀ ਸੇਵਾ ਕਰਦੇ ਹੋਏ ਵੀ, ਭਾਵੇਂ ਮੈਂ ਵੀ ਹਾਂ, ਕਿਸੇ ਦੇ ਮਨ ਦੇ ਵਿੱਚ ਕਿਸੇ ਪ੍ਰਤੀ ਵੀ ਵੈਰ ਆਉਂਦਾ ਖਾਲਸਾ ਜੀ, ਤੇ ਸਮਝੀਏ ਫਿਰ ਹਲੇ ਗੁਰੂ ਕੀ ਸਿੱਖੀ ਦੂਰ ਹੈ। ਕਿਉਂਕਿ ਜਿਨ੍ਹਾਂ ਦੇ ਅੰਦਰ ਗੁਰੂ ਕੀ ਸਿੱਖੀ ਆਈ, ਭਾਈ ਕਨ੍ਹਈਆ ਜੀ, ਉਹ ਤਾਂ ਖਾਲਸਾ ਜੀ ਜਾ ਕੇ ਵੈਰੀਆਂ ਨੂੰ ਵੀ ਜਲ ਛਕਾਉਂਦੇ, ਮਲਮ ਪੱਟੀ ਕਰਦੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ, ਪਾਤਸ਼ਾਹ ਮੈਨੂੰ ਤੇ ਤੇਰਾ ਹੀ ਰੂਪ ਨਜ਼ਰ ਆਉਂਦਾ, ਕਿਉਂਕਿ ਇਹ ਨੇਤਰੋ ਮੇਰੇ ਹੋ,
ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਸੋ ਸਤਿਗੁਰੂ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ, ਮੇਰੇ ਗੋਬਿੰਦ ਦਾ ਇਹ ਪ੍ਰਤਾਪ ਹੈ, ਇਹ ਬਖਸ਼ਿਸ਼ ਹੈ। ਉਹਦੀ ਸ਼ਰਨੀ ਜਦੋਂ ਜਾਂਦੇ ਆ ਸਾਡਾ ਮਨ ਨਿਰਭਉ ਹੋ ਜਾਂਦਾ। ਆ ਜਿਹੜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਦਰਬਾਰ ਦੀ ਰੋਜ਼ਾਨਾ ਸੇਵਾ ਕਰਦੇ ਨੇ, ਰੋਜ਼ਾਨਾ ਦਰਸ਼ਨ ਕਰਦੇ ਨੇ, ਖਾਲਸਾ ਜੀ ਠੀਕ ਹੈ ਸੰਸਾਰ ਤੇ ਮਹਾਮਾਰੀ ਫੈਲੀ, ਪਰ ਮੈਂ ਸੱਚਮੁੱਚ ਮਾਣ ਕਰਦਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਾਦਾਰਾਂ ਤੇ। ਮੈਂ ਕਹਿੰਦਾ ਲੱਖਾਂ ਮਹਾਮਾਰੀਆਂ ਆ ਜਾਣ, ਪਰ ਧੰਨ ਗੁਰੂ ਤੇ ਧੰਨ ਗੁਰੂ ਕੇ ਸਿੱਖ ਜਿਹੜੇ ਮਹਾਮਾਰੀਆਂ ਵਿੱਚ ਵੀ ਆਪਣੇ ਗੁਰੂ ਕਾ ਦਰ ਨਹੀਂ ਛੱਡਦੇ, ਬਲਕਿ ਗੁਰੂ ਕਾ ਆਸਰਾ ਤੱਕ ਕੇ ਲੋਕਾਈ ਦੀ ਸੇਵਾ ਕਰਦੇ ਨੇ। ਇਹ ਗੁਰੂ ਦੀ ਬਖਸ਼ਿਸ਼ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਿੱਖ ਸੇਵਕਾਂ ਦੇ ਉੱਪਰ ਕਰਦੇ ਹਨ। ਟੋਟ ਨ ਆਵੈ ਮੂਲ, ਸੰਚਿਆ ਨਾਮ ਧਨ। ਸੰਸਾਰ ਦੇ ਵਿੱਚ ਅਕਸਰ ਇਨਸਾਨ ਬਾਹਰਲਾ ਧਨ ਜ਼ਰੂਰ ਇਕੱਠਾ ਕਰਦਾ ਹੈ, ਤੇ ਬਾਹਰਲਾ ਧਨ ਇਕੱਠਾ ਕਰਨਾ ਪੈਂਦਾ ਕਿਉਂਕਿ ਆਦ ਭਵਾਨੀ ਈਸਰੀ ਮਾਇਆ ਜਾਕੋ ਨਾਮ, ਇਨ ਬਿਨ ਸਰੈ ਨਾ ਇੱਕ ਛਿਨ ਪੂਰਨ ਹੋਤ ਨਾ ਕਾਮ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ ਸੰਸਾਰ ਦੀ ਨਾ ਖੇਡ ਅਗੰਮੀ ਹੈ। ਪਰਮਾਤਮਾ ਨੇ ਜਦੋਂ ਦੁਨੀਆ ਬਣਾਈ, ਬ੍ਰਹਮੰਡ ਬਣਾਇਆ, ਨਾਲੇ ਪਰਮਾਤਮਾ ਨੇ ਮਾਇਆ ਬਣਾ ਦਿੱਤੀ। ਤੇ ਕਹਿੰਦੇ ਪਰਮਾਤਮਾ ਦੀ ਮਾਇਆ ਵੀ ਐਸੀ ਤਾਕਤਵਰ ਹੈ ਕਿ ਪਰਮਾਤਮਾ ਦੀ ਬਣਾਈ ਮਾਇਆ ਤੋਂ ਬਿਨਾ ਇੱਕ ਪਲ ਵੀ ਨਹੀਂ ਸਰਦਾ, ਕੋਈ ਕੰਮ ਪੂਰਾ ਵੀ ਨਹੀਂ ਹੁੰਦਾ। ਤੇ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਫਿਰ ਤੇ ਮਾਇਆ ਤਾਕਤਵਰ ਹੋ ਗਈ। ਸਤਿਗੁਰੂ ਕਹਿੰਦੇ ਨਹੀਂ ਸਿੱਖੋ, ਜਿਸ ਪਰਮਾਤਮਾ ਦੀ ਬਣਾਈ ਮਾਇਆ ਇੰਨੀ ਤਾਕਤਵਰ ਹੈ ਕਿ ਉਹਦੀ ਬਣਾਈ ਮਾਇਆ ਤੋਂ ਬਿਨਾ ਨਹੀਂ ਸਰਦਾ, ਫਿਰ ਜਰਾ ਸੋਚੋ ਤੁਹਾਡਾ ਪਰਮਾਤਮਾ ਤੋਂ ਬਿਨਾ ਕਿਵੇਂ ਸਰ ਸਕਦਾ ਹੈ? ਪਰਮਾਤਮਾ ਦੇ ਨਾਮ ਤੋਂ ਬਿਨਾ ਕਿਵੇਂ ਸਰ ਸਕਦਾ ਹੈ? ਉਦਮ ਕਰੋ ਵੱਡੇ ਭਾਗੀ ਹੋ, ਸਿਮਰੋ ਹਰ ਹਰ ਰਾਏ। ਇੱਕ ਸੱਜਣ ਨੇ ਕਿਹਾ, ਉੱਠ ਜਾਗ ਕੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਉੱਠ ਜਾਨੋ ਇਸ ਜਹਾਨੋਂ ਇੱਕ ਦਿਨ ਜਾਣਾ ਹੈ, ਉੱਠ ਕਬਰੇ ਇੱਕ ਦਿਨ ਸਮਾਣਾ ਹੈ। ਉੱਠ ਕੇ ਰੱਬ ਦੀ ਬੰਦਗੀ ਕਰ, ਇਹ ਸੋਣਾ ਤੇਰੇ ਲੇਖੇ ਵਿੱਚ ਨਹੀਂ ਆਉਣਾ। ਨਿਤਨੇਮ ਸ਼ੁਰੂ ਕਰ, ਅੰਮ੍ਰਿਤ ਵੇਲਾ ਸਾਂਭਣਾ ਕਰ। ਕਿਉਂਕਿ ਖਾਲਸਾ ਜੀ ਹਮੇਸ਼ਾ ਅਸੀਂ ਸੰਸਾਰ ਦਾ ਧਨ ਇਕੱਠਾ ਕਰਦੇ, ਮਹਾਰਾਜ ਕਹਿੰਦੇ ਇੱਕ ਦਿਨ ਉਹ ਘਟ ਜਾਵੇਗਾ, ਖਤਮ ਹੋ ਜਾਵੇਗਾ, ਪਰ ਤੋਟ ਨਾ ਆਵੇ ਮੂਲ ਸੰਚਿਆ ਨਾਮ ਧਨ। ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ ਉਹਦੇ ਵਿੱਚ ਕਦੇ ਘਾਟ ਨਹੀਂ ਆਈ, ਉਹ ਤਾਂ ਤੋਟ ਨਾ ਆਵੇ ਵੱਧਦੋ ਜਾਈ। ਭਗਤ ਨਾਮਦੇਵ ਜੀ ਦਾ ਨਾਮ ਧਨ ਅੱਜ ਵੀ ਘਟਿਆ ਨਹੀਂ। ਭਗਤ ਕਬੀਰ ਜੀ ਦਾ, ਭਗਤ ਫਰੀਦ ਜੀ ਦਾ, ਭਗਤ ਤਰਲੋਚਨ ਜੀ ਦਾ ਨਾਮ ਧਨ ਅੱਜ ਵੀ ਨਹੀਂ ਘਟਿਆ। ਅੱਜ ਵੀ ਕੋਈ ਭਗਤ ਕਬੀਰ ਜੀ ਦੀ, ਭਗਤ ਨਾਮਦੇਵ ਜੀ ਦੀ ਬਾਣੀ ਟਕਾ ਦੇ ਨਾਲ ਪੜ੍ਹੇ ਤੇ ਭਗਤੀ ਕਰਨ ਦਾ ਚਾਅ ਪੈਦਾ ਹੁੰਦਾ ਹੈ। ਇਹ ਨਾਮ ਧਨ ਕਦੇ ਮੁੱਕਦਾ ਨਹੀਂ। ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ। ਪਰ ਕਹਿੰਦੇ ਇਸ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ ਸੰਤ ਜਨਾ ਸਿਉ ਸੰਗ, ਸੰਤਾਂ ਦੀ ਸੰਗਤ ਵਿੱਚ ਜਾ ਕਰਕੇ, ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਜਾ ਕਰਕੇ। ਜਦੋਂ ਗੁਰੂ ਕਾ ਸਿੱਖ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਵੱਡੇ ਪੁੰਨਾਂ ਦੇ ਨਾਲ, ਵੱਡੇ ਭਾਗਾਂ ਦੇ ਨਾਲ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ। ਇਸੇ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਇਹ ਸਿੱਖਿਆ ਦਿੰਦੀ ਹੈ, ਭਾਈ ਤੂੰ ਸੰਗਤ ਕਰਿਆ ਕਰ ਗੁਰੂ ਕੇ ਪਿਆਰਿਆਂ ਦੀ, ਕਿਉਂਕਿ ਗੁਰੂ ਕੇ ਪਿਆਰਿਆਂ ਦੀ ਸੰਗਤ ਦੇ ਨਾਲ ਮੈਲ ਧੁੱਪਦੀ ਹੈ ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਊਤਮ ਸੰਗਤ ਊਤਮ ਹੋਵੈ, ਗੁਣ ਕੋ ਧਾਵੈ, ਅਵਗੁਣ ਧੋਵੈ। ਖਾਲਸਾ ਜੀ ਜਿਹੜੇ ਰੱਬ ਦੇ ਪਿਆਰੇ ਜੁੜੇ ਹੁੰਦੇ ਨੇ ਨਾ, ਉਹਨਾਂ ਨੂੰ ਕਹਿਣਾ ਨਹੀਂ ਪੈਂਦਾ ਭਾਈ ਨਾਮ ਜਪੋ, ਭਾਈ ਅੰਮ੍ਰਿਤ ਛਕੋ, ਬਲਕਿ ਇੱਕ ਜੁੜੇ ਹੋਏ ਦੀ ਨਿਸ਼ਾਨੀ ਹੁੰਦੀ ਹੈ। ਰੱਬ ਦੇ ਨਾਲ ਜੁੜੇ ਹੋਏ ਨੂੰ ਵੇਖ ਕੇ ਟੁੱਟੇ ਹੋਏ ਦਾ ਮਨ ਵੀ ਜੁੜ ਜਾਂਦਾ ਹੈ। ਭਾਈ ਵੀਰ ਸਿੰਘ ਜੀ ਦੇ ਜੀਵਨ ਦੇ ਵਿੱਚ ਵੀ ਇਹ ਘਟਨਾ ਆਉਂਦੀ ਹੈ। ਭਾਈ ਵੀਰ ਸਿੰਘ ਕਹਿੰਦੇ ਜਿਸ ਵਕਤ ਉਹ ਬਾਲ ਅਵਸਥਾ ਵਿੱਚ ਸਨ, ਉਹਨਾਂ ਦੇ ਘਰ ਇੱਕ ਦਿਨ ਇੱਕ ਸੱਜਣ ਆਏ। ਕਹਿੰਦੇ ਉਦੋਂ ਮੈਨੂੰ ਬੰਦਗੀ ਦਾ ਨਹੀਂ ਸੀ ਪਤਾ, ਭਗਤੀ ਦਾ ਚਾਅ ਨਹੀਂ ਸੀ ਪੈਦਾ। ਕਹਿੰਦੇ ਉਹ ਸੱਜਣ ਸਾਡੇ ਘਰ ਵਿੱਚ ਆਏ, ਮੇਰੇ ਮਾਤ ਪਿਤਾ ਉਹਨਾਂ ਦਾ ਆਸਣ ਮੇਰੇ ਕਮਰੇ ਵਿੱਚ ਲਾਇਆ। ਕਹਿੰਦੇ ਸੰਧਿਆ ਦਾ ਸਮਾਂ ਸੀ। ਕਹਿੰਦੇ ਨੇ ਉਹਨਾਂ ਨੇ ਸੰਧਿਆ ਵੇਲੇ ਚੌਂਕੜਾ ਲਾਇਆ, ਚੌਂਕੜਾ ਲਾ ਕੇ ਨੇਤਰ ਬੰਦ ਕੀਤੇ। ਕਹਿੰਦੇ ਉਹਨਾਂ ਨੇ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ।
ਭਾਈ ਸਾਹਿਬ ਕਹਿੰਦੇ ਜਦੋਂ ਮੈਂ ਉਹਨਾਂ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋਏ ਵੇਖ ਰਿਹਾ ਸਾਂ, ਮੈਨੂੰ ਇਸ ਤਰ੍ਹਾਂ ਮਹਿਸੂਸ ਕਿ ਜਿਵੇਂ ਉਹ ਗੁਰੂ ਰਾਮਦਾਸ ਜੀ ਨੂੰ ਹਾਜ਼ਰ ਨਾਜ਼ਰ ਸਾਹਮਣੇ ਜਾਣ ਕੇ ਕਹਿ ਰਹੇ ਹੋਣ ਕਿ ਸਭ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਕਿ ਉਹ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਾਲ ਬਚਨ ਕਰ ਰਹੇ ਹੋਣ, ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਕਹਿੰਦੇ ਉਹ ਬਾਣੀ ਪੜ੍ਹ ਰਹੇ ਸਨ ਤੇ ਕਹਿੰਦੇ ਰਾਤ ਨੂੰ ਜਦੋਂ ਵਿਸ਼ਰਾਮ ਤੇ ਗਏ, ਅੰਮ੍ਰਿਤ ਵੇਲਾ ਹੋਇਆ। ਅੰਮ੍ਰਿਤ ਵੇਲੇ ਉਸ ਸੱਜਣ ਨੇ ਫਿਰ ਸਿਮਰਨ ਕੀਤਾ। ਕਹਿੰਦੇ ਇੰਨਾ ਕਿ ਭਿੱਜ ਕੇ ਸਿਮਰਨ ਕੀਤਾ, ਭਾਵੇਂ ਕਮਰੇ ਵਿੱਚ ਹਨੇਰਾ ਸੀ, ਪਰ ਸਿਮਰਨ ਕਰਦੇ ਹੋਏ ਉਹਨਾਂ ਦੇ ਚਿਹਰੇ ਤੇ ਐਸਾ ਪ੍ਰਤਾਪ ਸੀ, ਚਿਹਰੇ ਦੇ ਪ੍ਰਤਾਪ ਦੇ ਨਾਲ ਕਮਰਾ ਵੀ ਜਗਮਗ ਕਰ ਉਠਿਆ। ਭਾਈ ਵੀਰ ਸਿੰਘ ਕਹਿੰਦੇ ਉਹ ਤਾਂ ਚਲੇ ਗਏ, ਪਰ ਕਹਿੰਦੇ ਮੈਂ ਸਕੂਲ ਵਿੱਚ ਜਾਵਾਂ ਜਾਂ ਘਰ ਵਿੱਚ ਬੈਠਾਂ, ਉਹਨਾਂ ਦੀ ਪੜ੍ਹੀ ਹੋਈ ਬਾਣੀ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਜਣ। ਤੇ ਕਹਿੰਦੇ ਮੈਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਾਤਸ਼ਾਹ ਕਦੇ ਮੈਂ ਵੀ ਇਸ ਤਰ੍ਹਾਂ ਬਾਣੀ ਪੜ੍ਹ ਸਕਾਂਗਾ। ਮੇਰੇ ਕਹਿਣ ਤੋਂ ਭਾਵ ਸਿੱਖ ਤੇ ਬਾਣੀ ਵੀ ਪੜ੍ਹਦਾ ਹੋਵੇ, ਖਾਲਸਾ ਜੀ ਕਈਆਂ ਨੂੰ ਤਾਰ ਕੇ ਲੈ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਵੱਡੇ ਭਾਗਾਂ ਦੇ ਨਾਲ ਸੰਤਾਂ ਦੀ ਸੰਗਤ ਦੇ ਵਿੱਚੋਂ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ। 8 ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ। ਸਤਿਗੁਰੂ ਕਹਿੰਦੇ ਜੇ ਚਾਹੁੰਨਾ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਨਾ, 8 ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ। 8 ਪਹਿਰ ਉਸ ਪਰਮਾਤਮਾ ਨੂੰ ਧਿਆਇਆ ਕਰ। ਕੰਮਕਾਰ ਤੇ ਜਾਂਦਿਆਂ ਵੀ ਹਿਰਦੇ ਵਿੱਚ ਗੁਰਮੰਤਰ ਜਾਂ ਮੂਲ ਮੰਤਰ ਦਾ ਅਭਿਆਸ ਕਰਦੇ ਰਹਿਣਾ। ਘਰ ਦੇ ਵਿੱਚ ਵੀ ਖਾਲਸਾ ਜੀ ਮੈਂ ਬੇਨਤੀ ਕਰਾਂ, ਹਰਮੰਦਰ ਸਾਹਿਬ ਤੋਂ ਚੱਲ ਰਹੇ ਕੀਰਤਨ ਸਾਰਾ ਦਿਨ ਚੱਲਦਾ, ਘਰ ਦੇ ਵਿੱਚ ਤੁਸੀਂ ਹਰਮੰਦਰ ਸਾਹਿਬ ਦਾ ਕੀਰਤਨ ਲਗਾਤਾਰ ਲਾਈ ਰੱਖੋ। ਸੱਚ ਹੈ ਰਾਤ ਨੂੰ ਵਿਸ਼ਰਾਮ ਵੀ ਕਰੋਗੇ, ਇਸ ਤਰ੍ਹਾਂ ਮਹਿਸੂਸ ਹੋਵੇਗਾ ਗੁਰੂ ਰਾਮਦਾਸ ਦੀ ਗੋਦ ਦੇ ਵਿੱਚ ਬੈਠੇ ਹੋਏ ਆ। ਇਹ ਗੁਰੂ ਦੀ ਬਖਸ਼ਿਸ਼ ਹੈ। ਸੋ ਸਤਿਗੁਰੂ ਅੱਜ ਦੇ ਮੁਖਵਾਕ ਦੇ ਵਿੱਚ ਇਹ ਉਪਦੇਸ਼ ਕਰਦੇ ਨੇ, ਭਾਈ ਸੰਤ ਜਨ ਤਾਈਂ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਹੁੰਦੇ ਨੇ ਜੇ ਉਹਨਾਂ ਨੂੰ ਕੀਰਤਨ ਦਾ ਆਸਰਾ ਹੈ। ਤੂੰ ਵੀ ਯਤਨ ਕਰ, 8 ਪਹਿਰ ਨਾਮ ਦੇ ਵਿੱਚ ਸੁਰਤ ਜੋੜ ਕਰਕੇ ਪਰਮਾਤਮਾ ਨੂੰ ਚੇਤੇ ਕਰਿਆ ਕਰ, ਤੇਰੇ ਤੇ ਵੀ ਬਖਸ਼ਿਸ਼ ਹੋਵੇਗੀ। ਸੋ ਆਏ ਹੋਏ ਪਾਵਨ ਮੁਖਵਾਕ ਦੀ ਵਿਚਾਰ ਇੱਥੇ ਸੰਪੂਰਨ ਹੁੰਦੀ ਹੈ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਸਭ ਸੰਗਤਾਂ ਨੇ ਬਖਸ਼ ਦੇਣਾ। ਔਰ ਖਾਲਸਾ ਜੀ ਅਰਦਾਸ ਕਰਨੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਕੁੱਲ ਲੋਕਾਈ ਦਾ ਭਲਾ ਕਰਨ। ਔਰ ਜੋ ਸਾਡੇ ਕਿਸਾਨ ਵੀਰ ਅੱਜ ਵੀ ਕਿਤਨਾ ਲੰਮਾ ਸਮਾਂ ਹੋ ਗਿਆ ਦਿੱਲੀ ਦੀ ਧਰਤੀ ਤੇ ਆਪਣੇ ਹੱਕਾਂ ਲਈ ਬੈਠੇ, ਉਹਨਾਂ ਲਈ ਵੀ ਅਰਦਾਸ ਕਰਨੀ ਕਿ ਭਾਵੇਂ ਮੌਕੇ ਦੀਆਂ ਹਕੂਮਤਾਂ ਬੋਲੀਆਂ ਹੋ ਕੇ ਉਹਨਾਂ ਦੀ ਆਵਾਜ਼ ਨਹੀਂ ਸੁਣ ਰਹੀਆਂ, ਪਰ ਜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚਾਹਣ ਵੱਡੇ ਵੱਡੇ ਤਖਤ ਹਿਲਾ ਸਕਦੇ ਨੇ, ਉਹਨਾਂ ਲਈ ਅਰਦਾਸ ਕਰਨੀ। ਅਖੀਰ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ, ਤਿੰਨਾਂ ਦਾ ਧੰਨਵਾਦ। ਔਰ ਆਪ ਸਭ ਸੰਗਤਾਂ ਦਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਸਵਾਸਾਂ ਦੀ ਲੜੀ ਬਖਸ਼ ਕੇ ਵਿਚਾਰ ਕਰਵਾਈ। ਆਪ ਸਭ ਸੰਗਤਾਂ ਦੇ ਚਰਨ ਪਰਸਨ ਲਈ ਘੜੀਆਂ ਬਖਸ਼ੀਆਂ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਖਿਮਾ ਦੇ ਜਾਚਕ ਹੋਈਏ ਜੀ। ਸੰਤ ਜਨਾ ਸਿਉ ਸੰਗ, ਪਾਈਐ ਵੱਡਾ ਪੁੰਨ। 8 ਪਹਿਰ ਹਰ ਧਿਆਏ, ਹਰ ਜਸ ਨਿਤ ਸੁਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।